ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ FYI ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਜਿਵੇਂ ਤੁਹਾਨੂੰ ਪਤਾ ਹੈ ਕਿ COVID-19 ਦੇ ਜਿਹੜੇ ਕੇਸ ਨੇ ਉਹ ਕੈਨੇਡਾ ਦੇ ਵਿੱਚ ਹੁਣ ਹੌਲੀ-ਹੌਲੀ ਘਟ ਰਹੇ ਨੇ, ਤੇ WHO ਦੇ ਵੱਲੋਂ ਵੀ ਸ਼ਾਬਾਸ਼ੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈਗੀ ਹੈ ਕਿ ਕੈਨੇਡਾ ਨੇ ਜੋ ਸਹੀ ਸੋਚ ਸਮਝ ਕੇ ਆਪਣੇ ਕਦਮ ਚੱਕੇ ਨੇ, ਸਟੈਪ ਲਏ ਨੇ, ਤੇ ਹੁਣ ਜਿਹੜੀ ਕੇਸਾਂ ਦੀ ਗਿਣਤੀ ਹੈ ਉਹ ਘਟ ਗਈ ਹੈ। BC ਦੇ ਵਿੱਚ ਜਿਹੜੀ ਐਮਰਜੈਂਸੀ ਦੀ ਸਥਿਤੀ ਹੈਗੀ ਆ ਉਹ 21 ਜੁਲਾਈ ਤੱਕ ਹੋਰ ਵਧਾ ਦਿੱਤੀ ਗਈ ਹੈ। ਅੱਜ ਦੀ ਗੱਲ ਕਰੀਏ ਤੇ ਅੱਜ 18 ਕੇਸ ਜਿਹੜੇ ਨੇ ਉਹ ਨਵੇਂ ਸਾਹਮਣੇ ਆਏ ਨੇ, ਤੇ ਮੌਤਾਂ ਵੀ 3 ਰਿਪੋਰਟ ਕੀਤੀਆਂ ਗਈਆਂ ਨੇ। ਮੌਤਾਂ ਦੀ ਗਿਣਤੀ ਕਿਉਂ ਵੱਧ ਰਹੀ ਹੈਗੀ ਹੈ, ਕੇਸ ਵੱਧ ਰਹੇ ਨੇ, ਕੀ ਕੁਝ ਹੋ ਰਿਹਾ ਵਰਲਡ ਵਾਈਡ, ਕੀ ਕੁਝ ਹੋ ਰਿਹਾ, ਇਹ ਸਭ ਦੀ ਜਾਣਕਾਰੀ ਦੇ ਲਈ ਅੱਜ ਮੇਰੇ ਨਾਲ ਪਹੁੰਚੇ ਹੋਏ ਨੇ ਡਾਕਟਰ ਪ੍ਰਗਟ ਸਿੰਘ ਪੁਰਜੀ। ਆਓ ਉਹਨਾਂ ਤੋਂ ਪੁੱਛਦੇ ਹਾਂ, ਜਾਣਕਾਰੀ ਲੈਂਦੇ ਹਾਂ ਕਿ ਕੀ ਕੁਝ ਹੋ ਰਿਹਾ ਕਰੋਨਾ ਦੇ ਨਾਲ ਦੁਨੀਆ ਭਰ ਦੇ ਵਿੱਚ ਤੇ ਨਾਲ ਕੈਨੇਡਾ ਦੇ ਵਿੱਚ। ਡਾਕਟਰ ਪੁਰਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਅਰਸ਼ ਜੀ, ਔਰ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਪੁਰਜੀ, ਤੁਸੀਂ ਟਾਈਮ ਟੂ ਟਾਈਮ ਆਉਂਦੇ ਹੈਗੇ ਆ, ਸਾਡੇ ਨਾਲ ਗੱਲ ਕਰਦੇ ਹੈਗੇ ਆ ਤੇ ਸਮਾਂ ਕੱਢਦੇ ਹੈਗੇ, ਉਹਦੇ ਲਈ ਧੰਨਵਾਦ। ਤੇ ਹੁਣ ਅੱਜ COVID-19 ਨੂੰ ਲੈ ਕੇ ਅਸੀਂ ਕਿੱਥੇ ਖੜੇ ਆ, ਕੀ ਸਥਿਤੀ ਬਣੀ ਹੋਈ ਹੈ? ਕੈਨੇਡਾ ਦੀ ਸਥਿਤੀ ਤੇ ਬਹੁਤ ਹੀ ਚੰਗੀ ਆ। ਅਗਰ ਆਪਾਂ ਪੂਰੇ ਅਮਰੀਕਾ 'ਚ ਦੇਖੀਏ, ਭਾਵੇਂ ਨਾਰਥ ਲੈ ਲਓ, ਸਾਊਥ ਅਮਰੀਕਾ ਲੈ ਲਓ, ਅਸੀਂ ਅੱਛਾ ਪਰਫਾਰਮ ਕੀਤਾ ਕਿਉਂਕਿ ਅਸੀਂ ਸਭ्य ਮੁਲਕ ਹੈਗਾ। ਯੂਨੀਵਰਸਲ ਹੈਲਥ ਕੇਅਰ ਹੈਗੀ ਆ, ਕੋਈ ਵੀ ਵਿਅਕਤੀ ਜਿਹਨੂੰ ਹੈਲਥ ਕੇਅਰ ਦੀ ਲੋੜ ਆ ਉਹਨੂੰ ਇਹ ਨਹੀਂ ਦੇਖਣਾ ਪੈਂਦਾ ਵੀ ਮੇਰੇ ਕੋਲ ਇੰਸ਼ੋਰੈਂਸ ਹੈਗਾ ਕਿ ਨਹੀਂ ਹੈਗਾ, ਮੇਰੀ ਕਵਰੇਜ ਕਿੰਨੀ ਹੋਗੀ, ਕਿ ਮੈਨੂੰ ਪਾਕਟ ਤੋਂ ਪੈਸੇ ਦੇਣੇ ਕਿ ਨਹੀਂ ਦੇਣੇ ਪੈਣੇ। ਕਿਉਂਕਿ ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵੀ ਯੂਨੀਵਰਸਲ ਹੈਲਥ ਕੇਅਰ ਹੈ, ਤੁਸੀਂ ਉੱਥੇ ਵੀ ਦੇਖੋ ਕੇਸਿਸ ਵਧੀਆ ਰਹੇ। ਸਿੰਗਾਪੁਰ ਦੇ ਵੀ ਯੂਨੀਵਰਸਲ ਹੈਲਥ ਕੇਅਰ ਹੈ, ਜਾਪਾਨ ਦੀ ਵੀ। ਸੋ ਇਹ ਸਾਰੀ ਕੰਟਰੀਆਂ ਜਿਹਦੇ ਵਿੱਚ ਯੂਨੀਵਰਸਲ ਹੈਲਥ ਕੇਅਰ ਆ, ਉੱਥੇ ਕੇਅਰ ਔਰ ਕੰਟਰੋਲ ਵਧੀਆ ਰਿਹਾ। ਦੂਜੀ, ਅਸੀਂ ਜਿਹੜੇ CDC ਗਾਈਡਲਾਈਨਸ ਆ, ਜਿੱਦਾਂ ਹੁਣ ਬ੍ਰਿਟਿਸ਼ ਕੋਲੰਬੀਆ 'ਚ ਡਾਕਟਰ ਬੋਨੀ ਹੈਨਰੀ ਵੀ ਅਪਡੇਟ ਕਰਦੇ, ਆਲਮੋਸਟ ਐਵਰੀ ਡੇ ਕਰਦੇ ਆ, ਵੀਕਐਂਡ ਛੱਡ ਕੇ। ਜਿਹੜੇ ਆਲ ਓਵਰ, ਜਿਵੇਂ ਡਾਕਟਰ ਥਰੀਸਾ ਟੈਮ ਵੀ। ਸੋ ਹੌਲੀ ਹੌਲੀ ਸਾਡੇ ਜਿਹੜੇ ਕੇਸਿਸ ਆ, ਸਾਡੇ ਜਿਹੜੇ ਮਾਮਲੇ ਆ ਕੋਵਿਡ ਦੇ, ਉਹ ਮਸਾਂ 200 ਸਵਾ 200 ਤੋਂ ਥੱਲੇ ਰਹਿੰਦੇ ਪੂਰੇ ਕੈਨੇਡਾ 'ਚ। ਔਰ ਜਦੋਂ ਤੁਸੀਂ ਜ਼ਿਕਰ ਕੀਤਾ BC ਦੇ ਵਿੱਚ ਵੀ ਕਦੀ 15 ਹੋ ਜਾਂਦੇ, ਕਦੀ 12 ਹੋ ਜਾਂਦੇ, ਕਦੀ 18 ਹੋ ਜਾਂਦੇ ਆ। ਉਹ ਦੇਖੋ ਜਿਹੜੇ ਨੰਬਰਸ ਆ ਉਹ ਇਰਰੈਲੇਵੈਂਟ ਹੈਗੇ ਆ, ਲੇਕਿਨ ਨੰਬਰ ਬਹੁਤ ਜ਼ਿਆਦਾ ਨਹੀਂ ਵਧਣੇ ਚਾਹੀਦੇ। ਜਿੱਦਾਂ ਹੁਣ ਸਾਊਥ 'ਚ ਅਸੀਂ ਦੇਖ ਰਹੇ ਆ, ਅਮਰੀਕਾ 'ਚ ਵੀ 60,000 ਮਾਮਲੇ ਇੱਕ ਦਿਨ 'ਚ ਹੋ ਰਹੇ ਆ। 41 ਸਟੇਟਸ ਜਿਹੜੇ ਆ ਅਫੈਕਟਡ ਆ। ਬ੍ਰਾਜ਼ੀਲ ਦਾ ਬੁਰਾ ਹਾਲ ਹੈਗਾ, ਸਾਊਥ ਅਮਰੀਕਾ ਇਹਨੂੰ ਝੂਝ ਰਿਹਾ। ਸੋ ਪ੍ਰੋਬਲਮ ਇਹੀ ਆ ਵੀ ਅਸੀਂ ਜਿਹੜਾ ਮਾਡਲ ਸੈਟਅਪ ਕੀਤਾ ਸੀ ਇੱਥੇ, ਵੀ ਫਿਜ਼ੀਕਲ ਡਿਸਟੈਂਸ ਦਾ ਕਰੀਬਨ 6 ਫੁੱਟ ਜਾਂ ਉਸ ਤੋਂ ਜ਼ਿਆਦਾ ਰੱਖਣਾ, ਮਾਸਕ ਪਾਉਣ ਲੱਗ ਪਏ ਸੀ। ਕੁਛ ਇੱਕ ਏਰੀਆ 'ਚ ਇਹ ਮੈਂਡੇਟਡ ਹੈ, ਜਿੱਦਾਂ ਟੋਰਾਂਟੋ 'ਚ ਬਾਇਲੋ ਵੀ ਬਣਿਆ ਹੈ ਵੀ ਤੁਸੀਂ ਕਲੋਜ਼ ਸਪੇਸ ਜਾਂ ਸੰਗਰੀ ਗੈਦਰਿੰਗ ਤੁਹਾਨੂੰ ਬਾਇਲੋ ਪਾਉਣਾ ਹੀ ਪੈਣਾ। ਇੱਥੇ ਵੀ ਅਸੀਂ ਰეკਮੈਂਡ ਕਰਦੇ ਹਾਂ, ਹੈਂਡ ਵਾਸ਼ਿੰਗ ਕਰ ਰਹੇ ਹਾਂ। ਲੋਕੀ ਘਰਾਂ ਤੋਂ ਬਾਹਰ ਨਹੀਂ ਗਏ, ਹੁਣ ਵੀ ਜਾਂਦੇ ਆ, ਤੇ ਉਹ ਜ਼ਿਆਦਾ ਸੰਘਣੀ ਗੈਦਰਿੰਗ 'ਚ ਨਹੀਂ ਜਾਂਦੇ, ਪਾਰਕਾਂ 'ਚ ਵੀ ਜਾਂਦੇ, ਬੀਚਿਸ 'ਚ ਵੀ ਜਾਂਦੇ ਆ, ਤੇ ਥੋੜਾ ਖੇਡੂ ਹੋ ਕੇ, ਮਤਲਬ ਥੋੜਾ ਡਿਸਟੈਂਸ ਰੱਖ ਕੇ ਰੱਖਦੇ। ਸੋ ਇਹ ਸਾਰੀਆਂ ਚੀਜ਼ਾਂ ਨੇ ਫਲ ਜਿਹੜਾ ਹੈਗਾ ਸੋਹਣਾ ਦਿੱਤਾ ਸਾਨੂੰ। ਔਰ ਸਾਡੇ ਮੋਢੇ ਦੇ ਉੱਤੇ WHO ਨੇ ਵੀ ਸ਼ਾਬਾਸ਼ੀ ਦਾ ਇੱਕ ਪੈਟ ਕੀਤਾ ਵੀ ਅਸੀਂ ਬਹੁਤ ਸੋਹਣਾ ਪਰਫਾਰਮ ਕੀਤਾ। ਜੀ ਬਿਲਕੁਲ, WHO ਦੇ ਵੱਲੋਂ ਜਿਹੜਾ ਹੈਗਾ ਸਾਰਿਆਂ ਨੂੰ ਗਾਈਡਲਾਈਨਸ ਤਾਂ ਜਾਰੀ ਕੀਤੀਆਂ ਗਈਆਂ ਨੇ। ਹੁਣ ਜਿਵੇਂ ਸਾਨੂੰ ਪਤਾ ਹੈ, ਸ਼ੁਰੂ ਤੋਂ ਪਤਾ ਹੈ ਕਿ ਜਿਹੜਾ ਕਰੋਨਾ ਵਾਇਰਸ ਹੈਗਾ ਉਹ ਡ੍ਰੌਪਲੇਟਸ ਤੋਂ ਜਿਹੜਾ ਫੈਲਦਾ ਹੈਗਾ ਆ। ਪਰ ਹੁਣ 32 ਕੰਟਰੀਜ਼ ਦੇ ਵਿੱਚੋਂ 239 ਸਾਇੰਟਿਸਟ ਹੈਗੇ ਆ ਜਿਹੜੇ, ਉਹਨਾਂ ਨੇ WHO ਨੂੰ ਇੱਕ ਲੈਟਰ ਲਿਖਿਆ ਹੈਗਾ ਆ, ਸਾਰਿਆਂ ਨੇ ਇਕੱਠੇ ਹੋ ਕੇ, ਕਿ ਇਹ ਹੁਣ ਹਵਾ ਦੇ ਰਾਹੀਂ ਵੀ ਫੈਲਦਾ ਹੈਗਾ ਹੈ, ਏਅਰਬੋਰਨ ਹੈਗਾ ਆ। ਪਰ WHO ਇਹ ਮੰਨਣ ਨੂੰ ਤਿਆਰ ਨਹੀਂ ਹੈਗਾ। ਸੋ WHO ਕਿਉਂ ਨਹੀਂ ਮੰਨ ਰਿਹਾ? ਉਹ ਸਾਇੰਟਿਸਟ ਕਿਉਂ ਕਹਿ ਰਹੇ ਨੇ ਕਿ ਹਵਾ ਦੇ ਵਿੱਚ ਫੈਲਦਾ ਹੈ? ਦੇਖੋ, ਗੱਲ ਏਦਾਂ ਵੀ ਮੈਂ ਵੀ ਉਹ ਰਿਵਿਊ ਕੀਤੇ, ਜਿਹੜੇ ਸਾਇੰਟਿਸਟ ਹੈਗੇ ਸੀ 239 ਤੇ 32 ਕੰਟਰੀਜ਼ ਤੋਂ, ਉਹਨਾਂ ਨੇ ਸਾਈਨ ਵੀ ਕੀਤਾ। ਤੇ ਇਹਦੇ ਵਿੱਚ ਲੈਬ ਵਾਲੇ ਸਾਇੰਟਿਸਟ ਆ, ਜਿਹੜੇ ਕਲੀਨਿਕਲ ਕੰਮ ਕਰਨ ਵਾਲੇ ਉਹ ਸਾਇੰਟਿਸਟ ਆ, ਵਾਇਰਸ ਦੇ ਮਾਹਿਰ ਆ, ਕੁਛ ਇੱਕ ਇਹਦੇ ਵਿੱਚ ਇੰਜੀਨੀਅਰਸ ਵੀ ਨੇ, ਟੈਕਨੀਸ਼ੀਅਨਸ ਵੀ ਨੇ, ਜਿਹੜੇ ਬਹੁਤ ਜ਼ਿਆਦਾ ਹਵਾ ਨੂੰ ਸਮਝਦੇ ਆ। ਸਾਡਾ ਜਿਹੜਾ ਆਵਾਜ਼ ਕਰਦੇ ਆ ਤੇ ਪਾਰਟੀਕਲ ਕਿੱਥੇ ਤੱਕ ਜਾਂਦੇ ਆ, ਉਹ ਇੰਜੀਨੀਅਰਿੰਗ ਵੀ ਇਹਦੇ ਵਿੱਚ ਇਨਵੋਲਵ ਹੁੰਦੀ ਹੈ। ਸੋ ਟ੍ਰੈਡੀਸ਼ਨਲੀ ਅਸੀਂ ਇਹੀ ਕਹਿੰਦੇ ਰਹੇ ਆ, ਡ੍ਰੌਪਲੇਟ ਤੋਂ ਹੁੰਦਾ ਵੀ ਜਿਹੜੇ ਮੋਟੇ ਪਾਰਟੀਕਲ ਹੈਗੇ ਆ ਉਹ ਹੌਲੀ ਹੌਲੀ 6 ਫੁੱਟ ਤੋਂ ਪਹਿਲੋਂ ਡਿੱਗਣੇ ਸ਼ੁਰੂ ਹੋ ਜਾਂਦੇ ਆ, ਤੇ ਉਹ ਸਰਫੇਸ ਦੇ ਉੱਤੋਂ ਟੱਚ ਕਰਕੇ, ਜਾਂ ਤੁਸੀਂ ਉਹਦੇ ਸਾਹਮਣੇ ਹੋ, ਅਗਰ ਉਹ ਬੰਦਾ ਬੋਲ ਰਿਹਾ ਜਾਂ ਖੰਘ ਰਿਹਾ, ਛਿੱਕ ਮਾਰ ਰਿਹਾ ਜਾਂ ਗਾਣਾ ਗਾ ਰਿਹਾ ਉੱਚੀ, ਤੇ ਤੁਹਾਨੂੰ ਹੋ ਸਕਦਾ। ਹੁਣ ਜਿਹੜੇ ਸਾਇੰਟਿਸਟ ਆ, ਇਹ ਵੀ ਆਪਣੀ ਫੀਲਡ 'ਚ ਸਾਰੇ ਮਾਹਿਰ ਆ, ਔਰ ਇਹ ਜੁਆਇੰਟਲੀ ਲੈ ਕੇ ਇਹਨਾਂ ਨੇ ਇੱਕ ਦਸਤਾਵੇਜ਼ WHO ਨੂੰ ਦਿੱਤਾ ਵੀ ਇਹ ਹੋ ਸਕਦਾ। ਹੁਣ ਮੈਂ ਥੋੜੀ ਜਿਹੀ ਨਾ ਇਹਦੇ 'ਚ ਤੁਹਾਨੂੰ ਦੱਸਣਾ ਚਾਹੁੰਦਾ
ਜਿਹੜਾ ਸਾਡੇ ਵਾਲ ਹੈਗਾ 100 ਮਾਈਕਰੋਨ ਕਰਕੇ ਇਹਦਾ ਡਾਇਆਮੀਟਰ ਹੈਗਾ। ਜਦੋਂ ਆਪਾਂ 에ਅਰਬੋਰਨ ਕਹੀਏ ਜਿਹੜਾ ਵੀ ਪਾਰਟੀਕਲ 5 ਮਾਈਕਰੋਨ ਤੋਂ ਥੱਲੇ, ਕਿਉਂਕਿ ਵਾਇਰਸ ਤਾਂ ਬਹੁਤ ਸੂਖਮ ਹੈਗਾ, ਔਰ ਜਿਹੜਾ ਡ੍ਰੌਪਲੇਟ ਆ ਉਹ 10 ਤੋਂ 20 ਮਾਈਕਰੋਨ ਹੁੰਦਾ। ਸੋ ਡ੍ਰੌਪਲੇਟ ਜਿਹੜਾ ਹੈਗਾ ਥੋੜਾ ਭਾਰੀ ਜਿਹੜਾ ਹੈਗਾ ਵਜ਼ਨ ਆ, ਤੇ 에ਅਰ ਪਾਰਟੀਕਲ ਜਿਹੜਾ 에ਅਰਬੋਰਨ ਕਹੀਏ ਉਹ 5 ਮਾਈਕਰੋਨ ਜਾਂ ਉਸ ਤੋਂ ਘੱਟ ਆ। ਹੁਣ ਟ੍ਰੈਡੀਸ਼ਨਲੀ ਜਿਹੜੇ 에ਅਰਬੋਰਨ ਆ ਉਹ ਹੈਗਾ ਮੀਜ਼ਲਸ, ਜਿਹੜਾ ਬੈਕਟੀਰੀਆ 에ਅਰਬੋਰਨ ਹੈ ਉਹ ਹੈਗਾ ਟੀਬੀ ਜਾਂ ਟਿਊਬਰਕਲੋਸਿਸ। ਇਹਦਾ ਮਤਲਬ ਇਹ ਹੁੰਦਾ, ਸਮਝੋ ਇੱਕ ਕਲੋਜ਼ਡ ਸਪੇਸ ਆ, ਕਮਰਾ ਹੈ ਨਾ 10 ਬਾਈ 10 ਦਾ, 12 ਬਾਈ 12 ਦਾ ਜਾਂ ਜੋ ਵੀ ਆ, ਅਗਰ ਕੋਵਿਡ ਵਾਲਾ ਵਿਅਕਤੀ ਉੱਥੇ ਖੰਘਦਾ ਜਾਂ ਛਿੱਕ ਮਾਰਦਾ ਤੇ ਉਹਦੇ ਹਵਾ ਦੇ ਵਿੱਚ ਉਹ ਰਹੇਗਾ ਉੱਪਰ ਕੁਝ ਘੰਟਿਆਂ ਦੇ ਲਈ, 2-4 ਘੰਟੇ ਕਹਿ ਸਕਦੇ ਆ ਆਪਾਂ, 2 ਤੋਂ 5 ਘੰਟੇ ਕਹਿ ਸਕਦੇ ਆ। ਤੋ ਅਗਰ ਆਪਾਂ ਬਾਹਰ ਹੈਗੇ ਆ, ਸਮਝੋ ਕਿਸੇ ਕੋਵਿਡ ਵਾਲੇ ਨੇ ਖੰਘ ਵੀ ਲਿੱਤਾ ਬਾਹਰ ਹਵਾ 'ਚ, ਉਹ ਬਹੁਤ ਛੇਤੀ ਜਿਹੜਾ ਹੈਗਾ ਉਹ ਚਲਾ ਜਾਊਗਾ, ਕਿਉਂਕਿ ਹਵਾ ਮੂਵ ਹੁੰਦੀ ਰਹਿੰਦੀ ਹੈ, ਹਵਾ ਦਾ ਬਹਾਵ ਹੁੰਦਾ ਰਹਿੰਦਾ। ਇਹ ਸਾਰੀ ਸਮੱਸਿਆ ਕਲੋਜ਼ ਸਪੇਸ 'ਚ ਲਈ ਆਏਗੀ। ਕਲੋਜ਼ ਸਪੇਸ ਦਾ ਅਰਥ ਇਹ ਹੁੰਦਾ ਵੀ ਜਦ ਤੁਸੀਂ ਬੱਸ 'ਚ ਟਰੈਵਲ ਕਰ ਰਹੇ ਹੋ, ਟ੍ਰੇਨ 'ਚ ਟਰੈਵਲ ਕਰ ਰਹੇ ਹੋ, ਆਫਿਸ 'ਚ ਬੈਠੇ ਹੋ ਜਿੱਥੇ ਤੁਹਾਡਾ ਕੋਈ ਕੰਟਰੋਲ ਨਹੀਂ, ਵੀ ਉਹੀ ਹਵਾ ਤੁਹਾਨੂੰ ਬਰੀਥ ਕਰਨੀ ਪੈ ਰਹੀ ਹੈ, ਕਿਸੇ ਹੋਰ ਨੇ ਬਰੀਥ ਕੀਤੀ, ਉਸ ਪਾਸਿਓਂ ਦੀ ਉਹ ਹਵਾ ਇੱਥੇ ਆਈ। ਸੋ ਇਹ ਜਿਹੜਾ ਹੈਗਾ ਇਹਦਾ ਫਾਈਨਲ ਇਹਦਾ ਜਿਹੜਾ ਰੈਜ਼ੋਲੂਸ਼ਨ ਆ, WHO ਨੇ ਹੌਲੀ ਹੌਲੀ ਇਹਨੂੰ ਐਕਸੈਪਟ ਵੀ ਕਰਨਾ ਪੈਣਾ, ਕਿਉਂਕਿ ਇਹ ਸਾਇੰਟਿਸਟ ਬਹੁਤ ਹੀ ਜ਼ਿਆਦਾ ਸਟਰੋਂਗ ਹੈ ਆਪਣੇ ਆਪਣੇ ਫੀਲਡ ਦੇ। WHO ਕਹਿ ਰਿਹਾ ਵੀ ਅਸੀਂ ਹੋ ਸਕਦਾ ਵੀ ਇਹ ਥੋੜਾ ਬਹੁਤ 에ਅਰਬੋਰਨ ਵੀ ਹੋਵੇ, ਲੇਕਿਨ ਬਹੁਤਾਤਰ ਫਿਰ ਵੀ ਡ੍ਰੌਪਲੇਟ ਦੇ ਨਾਲ ਆ। ਅਗਰ ਆਪਾਂ ਮੰਨੀਏ ਚਲੋ 90% ਡ੍ਰੌਪਲੇਟ ਦੇ ਨਾਲ ਆ, 10% 에ਅਰਬੋਰਨ ਅਗਰ ਮੰਨੀਏ, ਸਾਨੂੰ ਨਹੀਂ ਪਤਾ, ਲੇਕਿਨ ਵੱਡਾ ਇਹਦਾ ਜਿਹੜਾ ਅੰਸ਼ ਹੈ ਅਜੇ ਵੀ ਡ੍ਰੌਪਲੇਟ ਦੇ ਨਾਲ ਹੀ ਚੱਲਦਾ। ਜਿਹੜਾ 에ਅਰਬੋਰਨ ਦੇ ਨਾਲ ਹੋ ਸਕਦਾ ਉੱਕਾ ਤੁੱਕਾ, ਕਦੀ ਵੀ ਨਾ ਮੈਡੀਸਿਨ ਮੈਥਮੈਟਿਕਸ ਨਹੀਂ ਹੁੰਦੇ, ਅਸੀਂ ਕਦੀ ਵੀ ਨਾ ਨਹੀਂ ਕਰ ਸਕਦੇ। ਹਾਂ ਹੋ ਸਕਦਾ, ਲੇਕਿਨ ਵੈਂਟੀਲੇਸ਼ਨ ਅਗਰ ਸਹੀ ਆ, ਸਮਝੋ ਤੁਹਾਡਾ ਕਮਰਾ ਉਹਦੀ ਵਿੰਡੋ ਹੈ ਥੋੜੀ ਜਿਹੀ ਖੋਲ ਦਿੱਤੀ ਤੇ ਹਵਾ ਅੰਦਰ ਬਾਹਰ ਜਾ ਰਹੀ ਹੈ, ਅਗਰ ਵਾਇਰਸ ਹੋਇਆ ਵੀ ਤਾਂ ਮੂਵ ਆਊਟ ਹੋ ਜਾਊਗਾ, ਨਵੀਂ ਹਵਾ ਆਏਗੀ। ਅਗਰ ਕਲੋਜ਼ ਸਪੇਸ ਆ ਤੇ ਉਹ ਬਿਲਡਿੰਗਾਂ ਨੂੰ ਉਹ ਜਗ੍ਹਾ ਦੀ ਵੈਂਟੀਲੇਸ਼ਨ ਇੰਪਰੂਵ ਕਰਨੀ ਪੈਣੀ ਆ, ਉਹਦੇ ਫਿਲਟਰਸ ਵਧੀਆ ਪਾਉਣੇ ਪੈਣੇ ਆ, ਨਵੀਂ ਹਵਾ ਪੰਪ ਕਰਕੇ 올ਡ ਹਵਾ ਜਿਹੜੀ ਹੈਗੀ ਸਰਕੂਲੇਟ ਹੋਵੇ, ਔਰ ਫਿਲਟਰਸ ਦੇ ਨਾਲ ਅਲਟਰਾ ਵਾਇਲਟ ਵੀ ਲਾਈਟ ਹੋਵੇ ਜਿਹਦੇ ਕਰਕੇ ਵਾਇਰਸ ਦਾ ਪਤਨ ਹੋਵੇ ਜਾਂ ਹੋਰ ਵੀ ਜਿਹੜੇ ਜਰਾਸੀਮ ਹੈ ਉਹਦਾ ਪਤਨ ਹੋਵੇ। ਸੋ ਅਲਟੀਮੇਟਲੀ ਇਹ ਇਨਡੋਰ ਸਪੇਸ ਜਾਂ ਕਲੋਜ਼ ਸਪੇਸ ਦੇ ਲਈ ਦੁਵਿਧਾ ਬਣ ਸਕਦੀ ਹੈ, ਨਾਟ ਆਊਟਡੋਰ ਸਪੇਸ ਦੇ ਲਈ, ਨਾਟ ਤੁਹਾਡੇ ਘਰ ਦੇ ਲਈ, ਕਿਉਂਕਿ ਤੁਹਾਡੇ ਘਰ ਵਿੱਚ ਕੋਵਿਡ ਨਹੀਂ ਹੈਗਾ ਤੇ ਕਿਤੇ ਹੋਰ ਜਗ੍ਹਾ ਤੋਂ ਤੁਸੀਂ ਕੈਚ ਕਰਕੇ ਆਉਣਾ, ਹੋ ਸਕਦਾ ਕੋਈ ਸੰਘਣੀ ਜਗ੍ਹਾ 'ਚ ਗਏ ਜਿੱਥੇ ਕਰਾਊਡ ਹੈਗਾ। ਸੋ ਸਾਨੂੰ ਪ੍ਰੈਕਟੀਕਲ ਰਹਿਣਾ ਚਾਹੀਦਾ। ਡਾਕਟਰ ਬੌਨੀ ਹੈਨਰੀ, ਕੱਲ ਉਹਨਾਂ ਨੂੰ ਪੁੱਛਿਆ ਗਿਆ ਸੀ ਵੀ ਤੁਸੀਂ ਵੀ ਦੱਸੋ, ਉਹ ਕਹਿੰਦੇ ਦੇਖ ਇਹ ਵਾਦ ਵਿਵਾਦ ਵਾਲੀ ਗੱਲ ਹੈਗੀ ਆ, ਜਿੱਦਾਂ ਹੁਣ ਇੱਕ ਚਾਹ ਟੀ ਪੋਟ ਹੁੰਦਾ, ਚਾਹ ਪਾਉਣ ਵਾਲੀ ਹੁੰਦੀ ਹੈ ਨਾ, ਉਹਦੇ ਚਾਹ ਪਾਈ ਆ ਆਪਾਂ ਵਧੀਆ ਮਸਾਲੇ ਮਸੂਲੇ ਪਾ ਕੇ ਹੈ ਨਾ, ਇਲਾਚੀ, ਦਾਲਚੀਨੀ, ਲੌਂਗ ਪਾ ਕੇ ਹੈ ਨਾ ਵਧੀਆ, ਤੇ ਉਹ ਕਹਿੰਦੇ ਵੀ ਜਿੱਦਾਂ ਹੁਣ ਟੀ ਪੋਟ ਦੇ ਵਿੱਚ ਇੱਕ ਤੂਫਾਨ ਕ੍ਰੀਏਟ ਕਰਨਾ ਉਹ ਵਾਲੀ ਗੱਲ ਆ। ਟੀ ਪੋਟ ਦੇ ਉੱਤੇ ਕੋਈ ਨਹੀਂ ਜਿਹੜਾ ਹੈਗਾ ਤੂਫਾਨ, ਉਹ ਆਪ ਇੱਕ ਕੱਪ 'ਚ ਪਾ ਕੇ ਪੀਂਦਾ, ਤੁਹਾਨੂੰ ਦੂਜੇ ਕੱਪ 'ਚ ਪਾ ਕੇ ਪੀਂਦਾ, ਦੋਵੇਂ ਹੱਸ ਗੱਲਾਂ ਕਰਦੇ ਆ। ਸੋ ਕਹਿੰਦੇ ਟੈਂਪੈਸਟ ਇਨ ਅ ਟੀ ਪੋਟ, ਉਹਨੇ ਇਹ ਸਟੇਟਮੈਂਟ ਦਿੱਤਾ ਸੀ। ਟੈਂਪੈਸਟ ਦਾ ਅਰਥ ਹੁੰਦਾ ਤੂਫਾਨ, ਵੀ ਟੀ ਪੋਟ ਦੇ ਤੂਫਾਨ ਕ੍ਰੀਏਟ ਕਰਨ ਵਾਲੀ ਗੱਲ ਆ। ਸੋ ਡਾਕਟਰ ਬੌਨੀ ਹੈਨਰੀ ਦੇ ਹਿਸਾਬ ਦੇ ਨਾਲ ਉਹ ਕਹਿੰਦੇ ਆ ਵੀ ਨਹੀਂ, ਉਹ ਡਿਸਐਗਰੀ ਕਰ ਰਹੇ ਆ, ਲੇਕਿਨ ਮੈਂ ਥੋੜਾ ਬਹੁਤ ਐਗਰੀ ਵੀ ਕਰ ਲੈਂਦਾ ਸਾਇੰਟਿਸਟ ਦੇ ਨਾਲ, ਲੇਕਿਨ ਪ੍ਰੈਕਟੀਕਲ ਤੌਰ ਦੇ ਉੱਤੇ ਜੋ ਅਸੀਂ ਕਰ ਰਹੇ ਆ, ਸਾਨੂੰ ਬਹੁਤ ਸੋਹਣੀ ਕਾਮਯਾਬੀ ਮਿਲੀ ਹੈ, ਸਾਨੂੰ ਬਹੁਤ ਸਾਰਾ ਸਕਸੈਸ ਮਿਲਿਆ। ਤੁਸੀਂ ਦੇਖੋ ਹਾਂਗਕਾਂਗ ਦੇਖੋ, ਸਿੰਗਾਪੁਰ ਦੇਖੋ, ਜਾਪਾਨ ਦੇਖੋ, ਉਹੀ ਚੀਜ਼ਾਂ ਅਸੀਂ ਕੀਤੀਆਂ, ਉਹਨਾਂ ਨੂੰ ਵੀ ਸਕਸੈਸ ਮਿਲਿਆ। ਸੋ ਕਿਤੇ ਨਾ ਕਿਤੇ ਪ੍ਰੈਕਟੀਕਲ ਤੌਰ ਦੇ ਉੱਤੇ ਅਸੀਂ ਸਹੀ ਦਿਸ਼ਾ ਔਰ ਡਾਇਰੈਕਸ਼ਨ 'ਚ ਜਾ ਰਹੇ ਹਾਂ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਸਾਰਿਆਂ ਨੇ ਆਪਣੀ ਆਪ ਨੂੰ ਦੇਖਿਆ ਹੈਗਾ ਆ ਕਿ ਕਿਵੇਂ ਰਿਜ਼ਲਟ ਆਉਂਦਾ ਹੈਗਾ, ਫਿਰ ਉਹਦੇ ਬੇਸ ਦੇ ਉੱਤੇ ਹੀ ਸਾਰੇ ਇੱਕ ਦੂਜੇ ਨੂੰ ਫੋਲੋ ਕਰ ਰਹੇ ਹੈਗੇ ਆ। ਹੁਣ ਜੇ ਸਾਇੰਟਿਸਟ ਦੀ ਜਦੋਂ ਗੱਲ ਆਉਂਦੀ ਆ, ਕਿ ਹਿਸਟਰੀ ਦੇ ਵਿੱਚ ਵੀ ਏਦਾਂ ਆਉਂਦਾ ਰਿਹਾ ਕਿ ਕਈ ਸਾਇੰਟਿਸਟ ਕੁਝ ਹੋਰ ਤਰ੍ਹਾਂ ਨਾਲ ਸੋਚਦੇ ਆ, ਕਈ ਹੋਰ ਤਰ੍ਹਾਂ ਨਾਲ ਸੋਚਦੇ ਆ, ਕਿਉਂਕਿ 239 ਕਾਫੀ ਜ਼ਿਆਦਾ ਨੇ ਜਿਹੜੇ ਇਹ ਐਗਰੀ ਕਰ ਰਹੇ ਨੇ। ਸੋ ਇਹ ਹੋ ਜਾਂਦਾ ਹੈ ਕਿ ਸਾਇੰਟਿਸਟ ਵੀ ਡਿਸਐਗਰੀ ਕਰਦੇ ਇੱਕ ਦੂਜੇ ਦੇ ਨਾਲ। ਬਿਲਕੁਲ, ਵਾਦ ਵਿਵਾਦ ਚੱਲਦਾ। ਦੇਖੋ ਹੁਣ ਜਿੱਦਾਂ ਅਮਰੀਕਾ ਦੇ ਵਿੱਚ ਰਿਪਬਲਿਕਨ ਹੈ, ਡੈਮੋਕ੍ਰੈਟ ਹੈ, ਕੰਟਰੀ ਇੱਕੋ ਆ, ਲੇਕਿਨ ਦੋ ਥਾਟ ਪ੍ਰੋਸੈਸ ਹੈਗੇ ਆ। ਇੱਥੇ 3 ਮੇਜਰ ਪਾਰਟੀਆਂ, ਲਿਬਰਲ ਹੈਗੇ, ਕੰਜ਼ਰਵੇਟਿਵ, NDP ਆ। ਸੋ ਹਰ ਇੱਕ ਦੀ ਜਿਹੜੀ ਥਾਟ ਪ੍ਰੋਸੈਸ ਹੈ ਉਹ ਵੱਖਰੀ ਵੱਖਰੀ ਆ। ਔਰ ਕੈਨੇਡਾ ਦੇ ਵਿੱਚ, ਕੈਨੇਡਾ ਕਿਉਂ ਸਟਰੋਂਗ ਆ, ਕਿਉਂਕਿ ਇੱਥੇ ਮਲਟੀ ਕਲਚਰਲਿਜ਼ਮ ਹੈਗਾ, ਐਥਨਿਕ ਡਾਇਵਰਸਿਟੀ ਹੈਗੀ। ਔਰ ਅਸੀਂ, ਸਾਡੇ ਪ੍ਰਧਾਨ ਮੰਤਰੀ ਆਨਰੇਬਲ ਜਸਟਿਨ ਟਰੂਡੋ ਕਹਿੰਦੇ ਇਹੀ ਤੇ ਸਾਡੀ ਸਟਰੈਂਥ ਆ। ਹਰ ਇੱਕ ਦਾ ਹੱਕ ਬਣਦਾ ਆਪਣੀ ਆਵਾਜ਼
करना भी मैं भी ये काम किया, प्लीज कंसीडर करो। क्योंकि अगर आप डिक्टेटरशिप च रहिए नहीं यही ठीक है तो गल नहीं बनती। इसलिए ये रिसर्च बेस हौली हौली WHO ਨੂੰ एनालाइज करूगा, मेरे ख्याल ਨਾਲ WHO रिवाइज भी करूगा भी हाँ थोड़ी बहुत हो सकती है एयरबॉर्न, लेकिन अगर आप ओवरऑल देखिए तो इन्ना ਵੱਡਾ इंपैक्ट नहीं है। ਇਹ 에ਅਰਪੋਰਟ ਵਾਲੀ ਖਬਰ ਆਉਣ ਤੋਂ ਪਹਿਲਾਂ ਹੀ ਜਿਹੜੀਆਂ ਕੁਝ 에ਅਰਲਾਈਨਸ ਸੀਗੀਆਂ ਉਹਨਾਂ ਨੇ ਵੀ ਕਹਿ ਦਿੱਤਾ ਸੀ ਕਿ ਪਹਿਲਾਂ ਉਹ ਕਹਿ ਰਹੇ ਸੀ ਕਿ ਅਸੀਂ ਸੀਟ ਦੇ ਵਿੱਚ ਇੱਕ ਸੀਟ ਛੱਡ ਕੇ ਦੂਜੇ ਪੈਸੇਂਜਰ ਨੂੰ ਬਿਠਾਵਾਂਗੇ, ਫਿਰ ਉਹਨਾਂ ਨੇ ਆਪਣਾ ਫੈਸਲੇ ਤੋਂ ਇਹ ਕਹਿ ਦਿੱਤਾ ਕਿ ਹੁਣ ਅਸੀਂ ਪੂਰੀ ਜਾਣਿਆਂ ਨੂੰ ਬਿਠਾ ਸਕਦੇ ਹੈਗੇ ਆ, ਪੂਰੀਆਂ ਸੀਟਾਂ ਆਕੂਪਾਈਡ ਕਰ ਸਕਦੇ ਹੈਗੇ ਆ, ਕਿਉਂਕਿ ਜੇ ਫੈਲਣਾ ਹੈਗਾ ਆ ਤੇ ਉਹ ਪੂਰੇ ਪਲੇਨ ਦੇ ਵਿੱਚ ਉਸ ਹਿਸਾਬ ਦੇ ਨਾਲ ਫੈਲ ਸਕਦਾ ਹੈਗਾ ਹੈ। ਪਰ ਹੁਣ 에ਅਰਬੋਰਨ ਵਾਲੀ ਗੱਲ ਆ ਗਈ ਹੈਗੀ ਹੈ ਕਿ ਹਵਾ ਦੇ ਵਿੱਚ ਹੋ ਸਕਦਾ ਹੈਗਾ। ਸੋ ਹੁਣ ਇਹ ਚੀਜ਼ਾਂ ਜਿਹੜੀਆਂ ਨਵੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ, ਇਹਦੇ ਹਿਸਾਬ ਨਾਲ ਜਿਹੜੀਆਂ ਹੋਰ ਚੀਜ਼ਾਂ ਅੱਗੇ ਲਾਗੂ ਹੁੰਦੀਆਂ ਨੇ ਜਾਂ ਇੰਪਲੀਮੈਂਟ ਹੁੰਦੀਆਂ ਨੇ ਉਹ ਉਹਨਾਂ 'ਚ ਬਦਲਾਅ ਆਵੇਗਾ। ਜਿਵੇਂ ਹੁਣ 에ਅਰਲਾਈਨਸ ਨੇ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ ਜਿੱਥੇ ਮਰਜ਼ੀ ਬੈਠੇ ਹੋਣ, ਸੋ ਨਾਲ ਬੈਠ ਕੇ ਵੀ ਫੈਲ ਸਕਦਾ ਹੈ। ਦੇਖੋ ਗੱਲ ਏਦਾਂ ਵੀ ਜਿੰਨਾ ਵੀ ਹੋ ਸਕੇ ਆਪਾਂ ਫਿਜ਼ੀਕਲ ਡਿਸਟੈਂਸ ਰੱਖੀਏ ਤੇ ਵਧੀਆ। ਹੁਣ ਜਦੋਂ ਅਸੀਂ ਪਲੇਨ 'ਚ ਚੜ੍ਹ ਗਏ, ਹੁਣ ਲੈਟਸ ਸੇ ਵੀ ਦਿੱਲੀ ਤੋਂ ਵੈਂਕੂਵਰ ਆ ਰਹੇ 14 14.5 ਘੰਟੇ ਦੀ ਫਲਾਈਟ ਹੈ, ਤੁਸੀਂ ਇੱਕ ਵਾਰੀ ਚੜ੍ਹ ਗਏ ਉਤਰ ਨਹੀਂ ਸਕਦੇ। ਤੋ ਜਿਹੜੀ ਹਵਾ ਆ ਉਹ ਥੋੜੀ ਬਹੁਤ ਤੁਹਾਡੇ ਲਾਗੇ ਚੱਗੇ ਵਾਲਿਆਂ ਦੀ 2 ਰੋ ਅੱਗੇ 2 ਰੋ ਪਿੱਛੇ ਵਾਲੇ ਤੇ ਲਾਗੇ ਚੱਗੇ ਵਾਲਿਆਂ ਦੀ ਤੁਹਾਨੂੰ ਬਰੀਥ ਕਰਨੀ ਪੈ ਰਹੀ ਆ ਸਾਂਝੇ ਤੌਰ ਤੇ ਹੈਪਾ ਫਿਲਟਰਸ ਉਹਨਾਂ ਨੇ ਲਾਏ ਆ ਜਿਹੜੇ ਫਿਲਟਰ ਕਰਦੇ ਆ ਵੱਖ-ਵੱਖ ਜਗ੍ਹਾ 'ਚ। ਲੇਕਿਨ ਮੇਰੇ ਖਿਆਲ ਨਾਲ ਉਹਨਾਂ ਨੂੰ ਫਿਲਟਰੇਸ਼ਨ ਸਿਸਟਮ, ਨਵੀਂ ਹਵਾ ਅੰਦਰ ਮੂਵ ਕਰਨੀ ਜਾਂ ਉਹਨਾਂ ਨੂੰ ਨਾਲ ਅਲਟਰਾਵਾਇਲਟ ਲਾਈਟਸ ਵੀ ਸ਼ਾਇਦ ਲਾਉਣੀਆਂ ਪੈਣ ਵੀ ਆਲਮੋਸਟ ਸਾਰੇ ਜਿਹੜੇ ਜਰਮਸ ਆ ਇਹਦੇ ਖਾਤਮਾ। ਮੈਂ ਇੰਜੀਨੀਅਰਿੰਗ ਦੀ ਮੇਰੀ ਨੌਲੇਜ ਬਹੁਤ ਘੱਟ ਹੈਗੀ ਆ, ਇਸ ਲਈ ਮੈਂ ਉਹ ਸਾਰਾ ਜਿਹੜਾ ਹੈਗਾ ਜਿਹੜੇ ਇਹਦੇ ਮਾਹਿਰ ਨੇ ਫਿਲਟਰੇਸ਼ਨ ਸਿਸਟਮ ਦੇ, ਡਕਟਸ ਦੇ, ਅਲਟਰਾਵਾਇਲਟ ਲਾਈਟ ਦੇ, ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਜ਼ਰੂਰ ਆ ਕੇ ਇਹਦੇ ਉੱਤੇ ਸਾਨੂੰ ਸੋਝੀ ਦੇਣ ਵੀ ਆਪਣਾ ਨੂੰ ਸਿੰਪਲ ਤਰੀਕਾ ਕਿਹੜਾ ਹੋ ਸਕਦਾ ਆਪਾਂ ਇਹਨੂੰ ਕੈਰੀ ਫੋਰਵਰਡ ਕਰਨਾ। ਲੇਕਿਨ ਤੁਸੀਂ ਦੇਖੋ ਹੁਣ ਅਸੀਂ ਅਮਰੀਕਾ ਦੇ ਨਾਲ 31 ਅਗਸਤ ਤੱਕ ਅਸੀਂ ਕਹਿ ਰਹੇ ਹਾਂ ਵੀ ਨਹੀਂ ਉੱਥੇ ਜਾਣਾ ਲਾਕਡਾਊਨ ਹੈਗਾ। ਮੈਨੂੰ ਲੱਗਦਾ ਹੋਰ ਐਕਸਟੈਂਡ ਹੋਊਗਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਫੈਲਾਅ ਹੈਗਾ। ਔਰ ਅਗਰ ਆਪਾਂ ਦੇਖੀਏ ਅਸੀਂ ਇਹਨੂੰ ਕਿਉਂ ਕਨਫਾਈਨ ਕਰ ਸਕੇ ਕਿਉਂਕਿ ਅਸੀਂ ਲਾਕਡਾਊਨ ਕਰਕੇ ਕੋਈ ਵੀ ਜਿਹੜੇ ਹੈਗੇ ਆ ਟਰੈਵਲਿੰਗ ਨਹੀਂ ਅਲਾਉ ਕੀਤੀ, ਖਾਲੀ ਐਸੈਂਸ਼ੀਅਲ ਟਰੈਵਲਿੰਗ ਸੀ ਜਾਂ ਜਿਹੜੇ ਸਾਡੇ ਸਿਟੀਜ਼ਨ ਸੀ ਜਾਂ PR ਸੀ ਬਾਹਰ ਗਏ ਉਹ ਆ ਸਕਦੇ ਸੀ, ਉਹਨਾਂ ਨੂੰ ਵੀ ਕੁਆਰੰਟਾਈਨ ਕਰਨੀ ਪੈਂਦੀ ਸੀ। ਜਾਂ ਹੁਣ ਥੋੜਾ ਬਹੁਤ ਫੈਮਿਲੀ ਕਲਾਸ 'ਚ ਓਪਨ ਕੀਤਾ ਵੀ ਆਪਣੇ ਵੈਰੀ ਕਲੋਜ਼ ਜਿਹੜੇ ਹੈਗੇ ਆ ਤੁਹਾਡੇ ਨਿਕਟਵਰਤੀ ਪਰਿਵਾਰ ਵਾਲੇ ਮਿਲ ਸਕਣ, ਕਿਉਂਕਿ ਸਭ्य ਰਹਿਣਾ ਹੀ ਇਸ ਸਮੇਂ ਬਹੁਤ ਜ਼ਰੂਰੀ ਆ। ਜੀ ਮੇਰਾ ਸੁਭਾਅ ਤੁਹਾਨੂੰ ਅਫੈਕਟ ਕਰੂਗਾ, ਤੁਹਾਡਾ ਸੁਭਾਅ ਮੈਨੂੰ ਅਫੈਕਟ ਕਰੂਗਾ। ਸੋ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕੋਵਿਡ ਚੱਲਾ ਨਹੀਂ ਗਿਆ, ਅਜੇ ਹੈਗਾ। ਸਾਡੇ ਕੇਸਿਸ ਘਟੇ ਆ ਕਿਉਂਕਿ ਅਸੀਂ ਸਭ्य ਰਹੇ ਆ, ਅਸੀਂ ਆਪਣੇ ਆਪ ਨੂੰ ਉਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੇਖੋ ਨਾ ਇਹਦੀ ਕੋਈ ਦਵਾਈ ਜੋ ਤੇ ਨਾ ਇਹਦੇ ਲਈ ਕੋਈ ਵੈਕਸੀਨ ਸੋ ਫਾਰ ਬਣਿਆ, ਤਾਂ ਸਾਨੂੰ ਇਹ ਸਾਰਾ ਕੁਝ ਕਰਨਾ ਪਏਗਾ। ਹੋ ਸਕਦਾ 6 ਮਹੀਨੇ, ਸਾਲ, 2 ਸਾਲ ਕਰਨਾ ਪਏ। ਹੋ ਸਕਦਾ ਕੋਵਿਡ ਜੀ ਸਾਡੇ ਨਾਲ ਹਮੇਸ਼ਾ ਹੀ ਥੋੜਾ ਬਹੁਤ ਰਹਿਣ, ਸਾਨੂੰ ਉਹਦੇ ਰਹਿਣ ਦੀ ਜਾਂਚ ਸਿੱਖਣੀ ਪੈਣੀ। ਜੀ ਬਿਲਕੁਲ ਜੀ, ਤੁਸੀਂ ਵੈਕਸੀਨ ਦੀ ਗੱਲ ਕੀਤੀ ਹੈਗੀ ਹੈ ਡਾਕਟਰ ਪੁਰ ਜੀ ਕਿ ਵੈਕਸੀਨ ਨਹੀਂ ਆਈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਦੋਂ ਮਰਜ਼ੀ ਆ ਸਕਦੀ ਹੈ। ਪਰ ਜਿਹੜੀਆਂ ਥੋੜੀਆਂ ਬਹੁਤ ਦਵਾਈਆਂ ਦੇ ਨਾਮ ਸਾਡੇ ਸਾਹਮਣੇ ਜਿਹੜੀਆਂ ਅਸੀਂ ਕਦੇ ਬਹੁਤ ਘੱਟ ਸੁਣੀਆਂ ਸੀਗੀਆਂ ਜਾਂ ਸਿਰਫ ਮੈਡੀਕਲ ਟਰਮਸ ਵਾਲਿਆਂ ਨੂੰ ਹੀ ਪਤਾ ਸੀ ਕਿ ਇਹ ਦਵਾਈਆਂ ਐਗਜ਼ਿਸਟ ਵੀ ਕਰਦੀਆਂ ਨੇ, ਉਹ ਬਹੁਤ ਜ਼ਿਆਦਾ ਲਾਈਮਲਾਈਟ ਦੇ ਵਿੱਚ ਨੇ। ਹਾਈਡਰੋਕਸੀਕਲੋਰੋਕੁਇਨ ਦੀ ਗੱਲ ਕਰ ਲਈਏ, ਅਸੀਂ ਰੈਮਡੈਸੀਵੀਰ ਦੀ ਗੱਲ ਕਰ ਲਈਏ, ਡੈਕਸਾ ਦੀ ਗੱਲ ਕਰ ਲਈਏ। ਰੈਮਡੈਸੀਵੀਰ ਨੂੰ ਜਿਹੜਾ ਹੈਗਾ ਅਮਰੀਕਾ ਦੇ ਵਿੱਚ ਸੇਵ ਕਰਕੇ ਰੱਖਿਆ ਜਾ ਰਿਹਾ ਹੈਗਾ ਤੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਤਾਂ ਬਲੈਕ ਦੇ ਵਿੱਚ ਵਿਕਣ ਲੱਗ ਗਿਆ। ਸੋ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ, ਰੂਮਰਸ ਸਾਹਮਣੇ ਆਉਂਦੇ ਨੇ, ਉਹ ਕਿੱਥੇ ਕਿ ਜਾ ਕੇ ਤੁਹਾਨੂੰ ਲੱਗਦਾ ਕਿ ਸਹੀ ਨੇ, ਕਿ ਇਹ ਚੀਜ਼ਾਂ ਸਹੀ ਹੈ ਤੇ ਵਰਕ ਕਰ ਰਹੀਆਂ ਨੇ? ਦੇਖੋ ਜਿਹੜਾ ਰੈਮਡੈਸਿਵਿਰ ਆ ਉਹ ਇਬੋਲਾ ਵਾਸਤੇ ਤਿਆਰ ਕੀਤੀ ਗਈ ਸੀ, ਬੜੀ ਹੀ ਐਕਸਪੈਂਸਿਵ ਦਵਾਈ ਆ। ਔਰ ਇਹ ਜਿਹੜਾ ਵਾਇਰਸ ਹੈ ਨਾ, ਜਦੋਂ ਵਾਇਰਸ ਰੈਪਲੀਕੇਟ ਹੁੰਦਾ ਜਿੱਦਾਂ ਨਹੀਂ ਇੱਕ ਈਜ਼ੀ ਤਰੀਕੇ 'ਚ ਮੈਂ ਕਹਿੰਦਾ ਜਿੱਦਾਂ ਆਪਾਂ ਫੋਟੋ ਕਾਪੀ ਬਣਾਉਣੇ, ਇੱਕ ਤੋਂ ਤੁਸੀਂ 5 ਬਣਾ ਲਓ, 10 ਬਣਾ ਲਓ, 20 ਬਣਾ ਲਓ, ਤੇ ਵਾਇਰਸ ਵੀ ਆਪਣੀ ਕਾਪੀਜ਼ ਬਣਾਉਂਦਾ, ਉਹਨੂੰ ਕਹਿੰਦੇ ਰੈਪਲੀਕੇਸ਼ਨ। ਤੇ ਜਿਹੜੀ ਰੈਮਡੈਸਿਵਿਰ ਆ ਉਹਦੀ ਵਾਇਰਸ ਰੈਪਲੀਕੇਸ਼ਨ ਨੂੰ ਸਲੋ ਕਰਦੀ ਜਾਂ ਬਲੌਕ ਕਰਨ ਦੀ ਕੋਸ਼ਿਸ਼ ਕਰਦੀ ਆ ਵੀ ਵਾਇਰਸ ਦਾ ਲੋਡ ਘਟੇ, ਵੀ ਉਹ ਆਪਣੇ ਆਪ ਨੂੰ ਹੋਰ ਵਧਾ ਨਾ ਸਕੇ, ਅਮਾਊਂਟ ਨਾ ਵਧਾ ਸਕੇ। ਸੋ ਇਹ ਜਿਹੜੀ ਸਟੱਡੀਜ਼ ਹੋਈਆਂ ਉਹ 'ਚ ਸਾਹਮਣੇ ਆਇਆ ਵੀ ਜਿਹੜਾ 15 ਦਿਨ ਦਾ ਜਿਹੜਾ ਡਿਊਰੇਸ਼ਨ ਆ ਉਹ ਘੱਟ ਕੇ 10-11 ਦਿਨ ਦਾ ਹੋ ਜਾਂਦਾ। ਜਿਹੜੀ ਸੀਵੀਰਿਟੀ ਉਹ ਵੀ ਘਟ ਜਾਂਦੀ ਆ। ਆਕਸੀਜਨ ਜਿਹਨੂੰ ਲੱਗਾ ਉਹ ਛੇਤੀ ਲੈ ਜਾਂਦਾ। ਜਿਹੜਾ ICU ਵਾਲਾ ਵੈਂਟੀਲੇਟਰ 'ਚ ਉਹਦੇ ਵੀ ਬਚਣ ਦੇ ਥੋੜੇ ਚਾਂਸਸ ਵੱਧ ਜਾਂਦੇ ਰੈਮਡੈਸਿਵਿਰ ਦੇ ਨਾਲ। ਪੰਗਾ ਇਹੋ ਹੀ ਆ ਵੀ ਰੈਮਡੈਸਿਵਿਰ ਮਹਿੰਗੀ ਬਹੁਤ ਹੈ, $2,346 US ਦਾ ਇੱਕ ਕੋਰਸ ਪੈਂਦਾ 2 ਹਫ਼ਤਿਆਂ ਦਾ, ਤਾਂ $3,000 ਕੈਨੇਡੀਅਨ। ਹੁਣ ਹਿੰਦੁਸਤਾਨ ਦੇ ਵਿੱਚ ਦੇਖੋ ਹਰ ਇੱਕ ਚੀਜ਼
ਤੁਹਾਨੂੰ ਫਰੰਟ 'ਚ ਮਿਲ ਜਾਂਦੀ ਆ, ਪਿੱਛੋਂ ਵੀ ਮਿਲ ਜਾਂਦੀ ਆ। ਸੋ ਇਸ ਲਈ ਲੋਕਾਂ ਨੇ ਕਈ ਵਾਰ ਇਸ ਮਾਰਕੀਟ ਵਿੱਚ ਕੈਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਹੋਏਗੀ। ਜਿਹੜੀ ਖਬਰ ਆਈ ਸੀ ਵੀ ਬਲੈਕ ਮਾਰਕੀਟ 'ਚ ਵਿਕਦੀ ਆ, ਇਹ ਇਕੱਲੀ ਦਵਾਈ ਨਹੀਂ ਹੈ, ਬਹੁਤ ਸਾਰੀਆਂ ਦਵਾਈਆਂ ਬਲੈਕ ਮਾਰਕੀਟ 'ਚ ਆਲ ਓਵਰ ਦ ਵਰਲਡ ਐਕਸੈਪਟ ਕੁਛ ਕੰਟਰੀਆਂ ਜਿੱਦਾਂ ਆਪਾਂ ਕੈਨੇਡਾ ਕਹਿ ਲਈ, ਕਿਉਂਕਿ ਫਿਰ ਯੂਨੀਵਰਸਲ ਹੈਲਥ ਕੇਅਰ ਹੈਗਾ, ਅਸੀਂ ਸਾਰੇ ਸਭੇ ਹੈਗੇ ਆ, ਸਾਡੀ ਗਵਰਨਮੈਂਟ ਜਿਹੜੀ ਹੈਗੀ ਪੇ ਕਰੂਗੀ ਰੈਮਡੇਸਿਵਿਰ ਵਾਸਤੇ ਅਗਰ ਲੋੜ ਪਈ ਸਾਨੂੰ ਹਸਪੀਟਲ ਦੇ ਵਿੱਚ। ਸੋ ਇਸ ਲਈ ਇਹ ਸਾਰੀਆਂ ਚੀਜ਼ਾਂ ਇੱਥੇ ਨਹੀਂ ਹੁੰਦੀਆਂ, ਇਹ ਉੱਥੇ ਹੁੰਦੀਆਂ ਜਿੱਥੇ ਯੂਨੀਵਰਸਲ ਹੈਲਥ ਕੇਅਰ ਨਹੀਂ ਹੈ, ਤੁਹਾਨੂੰ ਪਾਕਟ ਤੋਂ ਪੈਸੇ ਪਾਉਣੇ ਪੈਣੇ ਆ। ਸੋ ਜਿਹੜਾ ਅਮੀਰ ਆਦਮੀ ਉਹ ਕਹਿੰਦਾ ਵੀ ਮੈਂ ਜਾਨ ਬਚਾਉਣ ਵਾਸਤੇ ਭਾਵੇਂ 10,000 ਜ਼ਿਆਦਾ ਖਰਚ ਲਵਾ, ਮੈਨੂੰ ਚਾਹੀਦੀ ਆ। ਡੈਕਸਾਮੇਥਾਸੋਨ ਜਿਹੜੀ ਹੈਗੀ ਆ ਉਹ ਸਟੀਰੋਇਡ ਆ, ਉਹ ਖਾਲੀ ਇਨਫਲੇਮੇਸ਼ਨ ਆ ਉਹਨੂੰ ਘਟਾਉਂਦੀ ਆ, ਉਹ ਵਾਇਰਸ ਨੂੰ ਟੱਚ ਨਹੀਂ ਕਰਦੀ। ਸੋ ਵਾਇਰਸ ਨੇ ਜਿਹੜੀ ਸਾਹ ਦੀ ਨਾਲੀਆਂ 'ਚ ਸੋਜ ਕੀਤੀ ਆ, ਇਨਫਲੇਮੇਸ਼ਨ ਕੀਤੀ ਆ, ਜਿਹੜੀ ਐਲਵੋਲਾਏ ਜਿੱਥੋਂ ਆਕਸੀਜਨ ਜਾਣਾ ਉਹਦੇ 'ਚ ਪਾਣੀ ਭਰਿਆ, ਉਹਨੂੰ ਡਰਾਈ ਕਰਨ ਦੀ ਤੇ ਸੋਜ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੀ ਆ। ਔਰ ਇਹਦੇ ਵਿੱਚ ਮੋਰਟੈਲਿਟੀ ਰੇਟ ਵੀ ਇੰਪਰੂਵ ਹੋਇਆ, ਵੀ ਡੈਥ ਘੱਟ ਹੋਈਆਂ, ਆਕਸੀਜਨ ਘੱਟ ਲੋੜ ਪਿਆ। ਸੋ ਇਹ ਤਾਂ ਸਟੀਰੋਇਡ ਅਸੀਂ ਐਜ਼ਮਾ 'ਚ ਵੀ ਯੂਜ਼ ਕਰਦੇ ਹਾਂ, ਕਾਲੀ ਖੰਘ ਜਿਹਨੂੰ ਕਰੂਪ ਕਹਿੰਦੇ ਆ, ਕੁੱਤੇ ਖਾਣੀ ਖੰਘ ਜਿਵੇਂ ਕੁੱਤੇ ਹੁੰਦੇ ਬਾਰਕਿੰਗ ਕੌਫ ਹੁੰਦੀ ਉਹ 'ਚ ਵੀ ਯੂਜ਼ ਕਰਦੇ ਆ। ਤੇ ਇਹ ਤੇ ਬਹੁਤ ਕਾਮਨ ਸਟੀਰੋਇਡ, ਉਹ ਬਹੁਤ ਸਸਤਾ, ਇਹ ਮੈਂ ਕਹੂੰਗਾ ਵੀ ਘੱਟ ਤੋਂ ਘੱਟ ਫਿਊ ਡਾਲਰਸ 'ਚ ਟ੍ਰੀਟਮੈਂਟ ਡੈਕਸਾਮੇਥਾਸੋਨ ਦੀ ਹੁੰਦੀ, ਲੇਕਿਨ ਇਹ ਆਈਸੀਯੂ 'ਚ ਹੀ ਕਰ ਸਕਦੇ। ਜਿਹੜਾ ਆਮ ਆਦਮੀ ਹੈਗਾ ਉਹਦੇ ਉੱਤੇ ਤੇ ਇਹਨੇ ਕੰਮ ਨਹੀਂ ਕਰਨਾ, ਔਰ ਰეკਮੈਂਡਡ ਵੀ ਨਹੀਂ ਹੈ। ਇਹ ਤਾਂ ਖਾਲੀ ਲਾਈਫ ਸੇਵਿੰਗ ਦਵਾਈ ਹੈਗੀ ਆ। ਹੁਣ ਹਾਈਡਰੋਕਸੀਕਲੋਰੋਕੁਇਨ ਦਾ ਵਾਦ ਵਿਵਾਦ ਬਹੁਤ ਚੱਲਿਆ, ਆਪਾਂ ਜਿਹੜੀਆਂ ਹੈਗੀਆਂ WHO ਦੀ ਗਾਈਡਲਾਈਨਸ ਫੋਲੋ ਕੀਤੀਆਂ, ਜਿਹੜੀ ਉਹਨਾਂ ਦੀ ਸਟੱਡੀਜ਼ ਆਈ ਵੀ ਨਾ ਇਹ ਪ੍ਰੋਫਿਲੈਕਸਿਸ 'ਚ ਹੈਲਪ ਕਰਦੀ ਹੈ, ਨਾ ਟ੍ਰੀਟਮੈਂਟ 'ਚ ਹੈਲਪ ਕਰਦੀ ਹੈ। ਕੁਛ ਇੱਕ ਟ੍ਰਾਇਲਸ ਅਜੇ ਵੀ ਚੱਲ ਰਹੀਆਂ ਹਾਈਡਰੋਕਸੀਕਲੋਰੋਕੁਇਨ ਦੇ, WHO ਦੀਆਂ ਨਾ ਬਹੁਤ ਸਾਰੀਆਂ ਟ੍ਰਾਇਲਸ ਚੱਲਦੀਆਂ ਰਹਿੰਦੀਆਂ, ਟ੍ਰਾਇਲਸ 'ਚੋਂ ਹੀ ਪਤਾ ਲੱਗਦਾ, ਲੇਕਿਨ ਜਿਹੜੀ ਵੱਡੀਆਂ ਟ੍ਰਾਇਲਸ ਇਹੀ ਦੱਸਦੀਆਂ ਵੀ ਇਹ ਫਾਇਦੇਮੰਦ ਨਹੀਂ ਹੈਗੀ। ਸੋ ਬੇਸਿਕਲੀ ਵਾਇਰਸ 'ਚ ਇੱਕੋ ਦਵਾਈ ਇਸ ਵੇਲੇ ਰੈਮਡੇਸਿਵਿਰ ਆ, ਜਿਹੜੀ ਉਹਦੀ ਡਿਊਰੇਸ਼ਨ ਘਟਾਉਂਦੀ ਆ। ਡੈਕਸਾਮੇਥਾਸੋਨ ਸਿਰਫ ਤੁਹਾਡੇ ਲੰਗਸ ਦੇ ਵਿੱਚ ਜਿਹੜੀ ਇਨਫਲੇਮੇਸ਼ਨ ਜਾਂ ਸੋਜ ਆ ਉਹਨੂੰ ਹੈਲਪ ਕਰਦਾ। ਵੈਕਸੀਨ ਅਜੇ 6 ਮਹੀਨੇ ਦੂਰ ਹੈਗੀ ਆ, ਲੇਕਿਨ ਜਿੱਦਾਂ ਕਹਿੰਦੇ ਆ ਅਬ ਦਿੱਲੀ ਦੂਰ ਨਹੀਂ, ਵੈਕਸੀਨ ਵੀ ਸਾਨੂੰ ਨਜ਼ਰ ਆ ਰਹੀ ਹੈ, ਫੇਜ਼ 3 ਟ੍ਰਾਇਲ ਸ਼ੁਰੂ ਹੋ ਚੁੱਕੇ। ਜੀ, ਹਾਈਡਰੋਕਸੀਕਲੋਰੋਕੁਇਨ ਦੀ ਅਸੀਂ ਗੱਲ ਕਰਦੇ ਰਹਿੰਦੇ ਹੈਗੇ ਆ, ਬੜੀ ਲਾਈਮਲਾਈਟ 'ਚ ਰਹੀ ਹੈ ਜਦੋਂ ਟਰੰਪ ਨੇ ਕਿਹਾ ਸੀ ਕਿ ਮੈਂ ਇਹਦਾ ਕੋਰਸ ਜਿਹੜਾ ਪੂਰਾ ਕਰ ਲਿਆ। ਤੇ ਹੁਣ ਇੱਕ ਹੋਰ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਬ੍ਰਾਜ਼ੀਲ ਦੇ, ਬੋਲਸੋਨਾਰੋ, ਉਹ ਵੀ ਕਹਿ ਰਹੇ ਨੇ ਕਿ ਮੈਂ ਇਹਦਾ ਹੀ ਇਸਤੇਮਾਲ ਕਰ ਰਿਹਾ ਹੈਗਾ, ਤੇ ਨਾਲ ਹੁਣ ਉਹ ਰਾਸ਼ਟਰਪਤੀ ਕਹਿ ਰਹੇ ਆ ਕਿ ਮੈਂ ਠੀਕ ਆ ਪਰ ਮੈਂ ਪੋਜ਼ਿਟਿਵ ਆਇਆ ਹੈਗਾ ਆ। ਸੋ ਉਹ ਹੈਗਾ ਏਸਿਮਟੋਮੈਟਿਕ ਦੀ ਅਸੀਂ ਉਦਾਹਰਨ ਲੈ ਸਕਦੇ ਹੈਗੇ ਆ ਕਿ ਉਹ ਏਸਿਮਟੋਮੈਟਿਕ ਨੇ ਪਰ ਉਹ ਕੋਵਿਡ ਪੋਜ਼ਿਟਿਵ ਹੈਗੇ ਨੇ। ਸੋ ਉਹ ਹਾਈਡਰੋਕਸੀਕਲੋਰੋਕੁਇਨ ਲੈ ਰਹੇ ਨੇ। ਇਹ ਕਿਤੇ ਗਲਤ ਐਗਜ਼ਾਮਪਲ ਨਹੀਂ ਸੈੱਟ ਹੋ ਰਹੀਆਂ ਕਿ ਜਿਨ੍ਹਾਂ ਨੂੰ ਕਹਿ ਰਹੇ ਆ ਕਿ ਨਾ ਲਓ, ਪਰ ਜਿਹੜੇ ਲੀਡਰ ਹੈਗੇ ਆ ਉਹ ਵੀ ਯੂਜ਼ ਕਰ ਰਹੇ ਨੇ ਉਹਨਾਂ ਚੀਜ਼ਾਂ ਨੂੰ, ਜਿਹੜੀਆਂ ਚੀਜ਼ਾਂ ਨੂੰ ਕਰਨ ਨੂੰ ਮਨਾ ਕੀਤਾ ਗਿਆ। ਤੁਸੀਂ ਅਗਰ ਦੇਖੋ ਅਰਸ਼ ਜੀ, ਫੈਬਰੂਅਰੀ ਔਰ ਮਾਰਚ 'ਚ ਜਿੰਨੀ ਹਾਈਡਰੋਕਸੀਕਲੋਰੋਕੁਇਨ ਧਰਤੀ ਤੇ ਵਿਕੀ ਇੰਨੀ ਕਦੀ ਨਹੀਂ ਵਿਕੀ ਸੀ ਧਰਤੀ ਤੇ ਹਰ ਇੱਕ ਕੰਟਰੀ 'ਚ। ਕਿਉਂਕਿ ਜਦੋਂ ਪ੍ਰੈਜ਼ੀਡੈਂਟ ਸਾਹਿਬ ਕਹਿੰਦੇ ਆ ਵੀ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਨੂੰ ਵੀ ਮੈਨੂੰ ਇੰਨੇ ਮਿਲੀਅਨ ਡੋਜ਼ ਚਾਹੀਦੇ ਆ, ਸਾਰਿਆਂ ਨੇ ਕਿਹਾ ਵੀ ਇਹ ਤਾਂ ਬਹੁਤ ਸਸਤੀ ਈਜ਼ਲੀ ਅਵੇਲੇਬਲ ਮਲੇਰੀਆ ਦੇ ਲਈ ਦਵਾਈ ਹੈ ਬੇਸਿਕਲੀ, ਜਿਹੜੀ ਦਵਾਈ ਯੂਜ਼ ਕਰਦੇ। ਬੜੇ ਲੋਕਾਂ ਨੇ ਲਿੱਤੀ ਔਰ ਇਹਦੇ ਸਾਈਡ ਇਫੈਕਟ ਜਿਹੜੇ ਹੈਗੇ ਕਈਆਂ ਨੂੰ ਭੁਗਤਣੇ ਪਏ, ਕਿਉਂਕਿ ਜਿਹੜੀ ਸਾਡੇ ਦਿਲ ਦੀ ਧੜਕਣ ਦੀ ਰਿਦਮ ਆ ਉਹ ਖਰਾਬ ਹੋ, ਕਿਡਨੀ ਦੇ ਉੱਤੇ ਅਸਰ ਕਰ ਸਕਦੀ ਆ। ਸੋ ਐਕਚੁਅਲੀ ਕਾਫੀ ਜਿਹੜੀ ਟ੍ਰਾਇਲਸ ਆ ਉਹ ਸ਼ੋ ਕਰ ਰਹੀ ਸੀ ਜਿਹੜੇ ਗਰੁੱਪ 'ਚ ਹਾਈਡਰੋਕਸੀਕਲੋਰੋਕੁਇਨ ਦਿੱਤੀ ਉੱਥੇ ਮੌਤ ਜ਼ਿਆਦਾ ਹੋਈ ਬਜਾਏ ਕਿ ਨਹੀਂ ਦਿੱਤੀ ਸੀ। ਇਸ ਲਈ ਜਿਹੜੇ ਲੀਡਰਸ ਹੈ ਨਾ, ਕਈ ਵਾਰ ਉਹ ਜਿੱਦਾਂ ਲੀਡਰਸ ਡਾਕਟਰਸ ਤਾਂ ਹੈਗੇ ਨਹੀਂ ਆ, ਆਪਣੇ ਫੀਲਡ 'ਚ ਮਾਹਿਰ ਨੇ। ਸੋ ਮੈਂ ਇੱਕ ਵਾਰੀ ਓਪਨਲੀ ਕਿਹਾ ਸੀ ਡੋਨਲਡ ਟਰੰਪ ਸਾਹਿਬ ਨੂੰ ਵੀ ਤੁਸੀਂ ਪੋਲੀਟਿਕਸ 'ਚ ਰਹੋ। ਡਾਕਟਰ ਸੰਜੇ ਗੁਪਤਾ ਜੀ ਹੈਗੇ, ਡਾਕਟਰ ਐਂਥਨੀ ਫੌਸੀ ਹੈਗੇ, ਉਹਨਾਂ ਨੂੰ ਮੈਡੀਕਲ ਗੱਲਾਂ ਕਰਨ ਦਾ ਹੈ ਨਾ, ਜਿਹਦੀ ਜੇ ਮਹਾਰਤ ਹੁੰਦੀ ਆ ਉਹਨੂੰ। ਸੋ ਯੈਸ, ਤੁਹਾਡੀ ਗੱਲ ਸਹੀ ਹੈ, ਰੋਂਗ ਜਿਹੜੀ ਹੈਗੀ ਰੋਲ ਮਾਡਲਿੰਗ ਹੁੰਦੀ ਆ। ਬਟ ਜਿਵੇਂ ਹੁਣ ਬ੍ਰਾਜ਼ੀਲ 'ਚ ਵੀ ਜਿਹੜਾ ਉਹ ਪ੍ਰੈਜ਼ੀਡੈਂਟ ਸੀ 65 ਸਾਲ ਦੀ ਉਹਨਾਂ ਦੀ ਏਜ ਹੈਗੀ ਆ, ਉਹ ਪਹਿਲਾਂ ਮਾਸਕ 'ਚ ਬਿਲੀਵ ਨਹੀਂ ਕਰਦਾ ਸੀ। ਹੁਣ ਉਹਨੇ ਜਦੋਂ ਸਟੇਟਮੈਂਟ ਵੀ ਦਿੱਤਾ ਮਾਸਕ ਲਾ ਕੇ ਦਿੱਤਾ। ਸੋ ਗੋਡੇ ਟਿਕਾ ਦਿੱਤੇ ਕਰੋਨਾ ਨੇ, ਫੇਰ ਵੀ ਬਹੁਤ ਲੋਕਾਂ ਦੇ। ਅਮਰੀਕਾ ਦੇਖ ਲਓ ਇਸ ਵੇਲੇ ਅੰਗਾਰ ਲੱਗਿਆ ਪਿਆ, ਅੱਗ ਲੱਗੀ ਪਈ ਹੈ ਉੱਥੇ। ਤੁਸੀਂ ਮੈਪ ਦੇਖੋ ਜਿਹੜਾ CTV ਨੇ ਸ਼ੇਅਰ ਕੀਤਾ ਸੀ, ਪੂਰਾ ਲਾਲ ਪਿਆ। ਈਵਨ ਪਹਿਲੀ ਵਾਰ ਮੈਕਸੀਕੋ ਨੇ ਅਮਰੀਕਨਸ ਦੇ ਲਈ ਗੇਟਸ ਬੰਦ ਕਰਤੇ, ਤੁਸੀਂ ਸਾਡੀ ਕੰਟਰੀ 'ਚ ਨਹੀਂ ਆ ਸਕਦੇ। ਰਿਵਰਸ ਟ੍ਰੈਫਿਕ ਹੁੰਦੀ ਸੀ, ਅਮਰੀਕਾ ਕਹਿੰਦਾ ਸੀ ਮੈਕਸੀਕਨਸ ਨੂੰ ਤੁਸੀਂ ਕੰਮ ਚੋਰੀ ਕਰਦੇ, ਤੁਸੀਂ ਇੱਥੇ ਕਰਦੇ ਹੋ। ਅੱਜ ਮੈਕਸੀਕੋ ਅਮਰੀਕਾ ਨੂੰ ਧੱਕਾ ਦੇ ਰਿਹਾ ਵੀ ਨਹੀਂ ਆਉਣਾ ਤੁਸੀਂ ਸਾਡੀ ਕੰਟਰੀ 'ਚ। ਯੂਰੋਪੀਅਨ ਯੂਨੀਅਨ ਆ, ਉਹਨਾਂ ਨੇ ਬੈਨ ਕਰਤਾ ਅਮਰੀਕਨ ਪਾਸਪੋਰਟ ਹੋਲਡਰ ਨੂੰ, ਕੈਨੇਡੀਅਨ ਨੂੰ ਕਹਿੰਦੇ ਆਓ, ਕਿਉਂਕਿ ਸਾਡੇ ਇੱਥੇ ਜਿਹੜੀ ਹੈਗੀ ਕੋਵਿਡ ਬਹੁਤ ਘੱਟ ਹੈ। ਸੋ ਸਾਰੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ ਵਰਲਡ ਵਾਈਡ ਜਿਹੜੀਆਂ ਹੋ ਰਹੀਆਂ।
ਜੀ ਬਿਲਕੁਲ। ਤੇ ਹੁਣ ਇੱਕ ਹੋਰ ਕੁਐਸਚਨ ਡਾਕਟਰ ਜੀ ਜਿਹੜਾ ਹੁੰਦਾ ਹੈ ਕਿ ਇੱਕ ਜਣੇ ਨੂੰ ਮੰਨ ਲਓ ਕਰੋਨਾ ਵਾਇਰਸ ਹੋ ਗਿਆ, ਹੁਣ ਜੀ ਉਹਨਾਂ ਦਾ ਇਮਿਊਨ ਸਿਸਟਮ ਤੇ ਕਿੰਨਾ ਕੁ ਖਤਰਾ ਹੈਗਾ ਹੈ ਕਿ ਲਾਈਫ ਟਾਈਮ ਦੇ ਲਈ ਉਹ ਇਮਿਊਨ ਸਿਸਟਮ ਡੈਮੇਜ ਹੋ ਜਾਂਦਾ ਹੈ ਇਹਦੇ ਨਾਲ, ਜਾਂ ਫਿਰ ਇਹ ਰਿਕਵਰੀ ਜਿਹੜੀ ਹੈਗੀ ਆ ਉਹ ਫੁੱਲੀ ਰਿਕਵਰ ਹੋ ਜਾਂਦਾ ਹੈ ਜਦੋਂ ਫੁੱਲੀ ਰਿਕਵਰੀ ਹੁੰਦੀ ਹੈ। ਸੋ ਇੱਕ ਵਾਰ ਜਿਹੜਾ ਠੀਕ ਹੋ ਗਿਆ ਉਹਨੂੰ ਕਿੰਨੀਆਂ ਕੁ ਚੀਜ਼ਾਂ ਅੱਗੇ ਜਾ ਕੇ ਨੁਕਸਾਨਦਾਇਕ ਹੋ ਸਕਦਾ ਹੈ ਇਹ ਵਾਇਰਸ ਜੇ ਉਹਦੀ ਬੋਡੀ ਦੇ ਅੰਦਰ ਇੱਕ ਵਾਰ ਚਲਾ ਗਿਆ ਤਾਂ। ਇਹਦੇ ਵਿੱਚ ਵੱਖ-ਵੱਖ ਏਜ ਗਰੁੱਪ ਦੀ ਗੱਲ ਹੈ। ਬੱਚਿਆਂ ਦੇ 0.7% ਹੋਇਆ ਕੈਨੇਡਾ ਦੇ ਵਿੱਚ, ਔਰ ਉਹਨਾਂ ਦੇ ਵਿੱਚ ਨੈਗੇਟਿਵ ਰਿਐਕਸ਼ਨ ਲਗਭਗ ਕਹਿ ਲਓ ਵੀ ਬਹੁਤ ਲਿਮਿਟਿਡ ਕਹੋਗੇ ਤਾਂ ਨਹੀਂ। ਜਿਹੜਾ ਐਡਲਟ ਆ ਉਹ ਕਈਆਂ ਨੂੰ ਹੋਇਆ, ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਨੂੰ ਕੋਵਿਡ ਹੋਇਆ, ਖਾਲੀ ਟੈਸਟ ਹੀ ਪੋਜ਼ਿਟਿਵ ਹੈ, ਕੁਝ ਨਹੀਂ ਹੋ ਰਿਹਾ, ਉਹ ਠੀਕ ਠਾਕ। ਜਿਹੜੇ 55-60 ਪਲੱਸ ਨੇ ਉਹ ਜਦੋਂ ਰਿਕਵਰੀ ਹੋ ਕੇ ਆਉਂਦੇ 20% ਉਸ ਤੋਂ ਉਹ ਕਹਿ ਰਹੇ ਆ ਵੀ ਇਹ ਤਾਂ ਬਹੁਤ ਹੀ ਸਾਡਾ ਬੈਡ ਐਕਸਪੀਰੀਅੰਸ ਰਿਹਾ। ਜੀ ਕਈਆਂ ਨੂੰ ਲੰਗਸ ਦੀ ਸਕਾਰਿੰਗ ਔਰ ਡੈਮੇਜ ਹੋਈ ਹੈ, ਆਕਸੀਜਨ ਲੈਣਾ ਪੈ ਰਿਹਾ, ਆਕਸੀਜਨ ਸਿਲੰਡਰ ਲਾਈ ਫਿਰਦੇ। ਇੱਕ ਪ੍ਰਾਈਮ ਐਗਜ਼ਾਮਪਲ ਲੋਅਰ ਮੇਨਲੈਂਡ 'ਚ ਮੀਡੀਆ ਦੇ ਨਾਲ ਕੰਮ ਕਰਦੇ ਆ ਮੇਰੇ ਫਰੈਂਡ ਆਤਿਸ਼ ਰਾਮ ਜੀ, ਜ਼ਿੰਦਗੀ ਟੈਲੀਵਿਜ਼ਨ ਜਿਹੜਾ ਉਹਨਾਂ ਦਾ ਚੱਲਦਾ ਫੀਜ਼ੀ ਨੈਟਵਰਕ 'ਚ, ਚਿਲਡਰਨਸ ਹਸਪੀਟਲ ਦੇ ਮਿਲੀਅਨਸ ਆਫ ਡਾਲਰ ਉਹਨਾਂ ਨੇ ਰੇਜ਼ ਕੀਤੇ। ਉਹਨਾਂ ਨੇ ਦੇਖੋ CBC ਨੇ ਵੀ ਸਟੋਰੀ ਦਿੱਤੀ ਸੀ, ਆਕਸੀਜਨ ਲਾ ਕੇ ਘਰ ਬੈਠੇ। ਕਈਆਂ ਨੇ ਲੰਗਸ ਦੇ ਵਿੱਚ ਕਲੌਟ ਹੋਏ, ਕਈਆਂ ਨੂੰ ਸਟ੍ਰੋਕ ਹੋਇਆ, ਬ੍ਰੇਨ 'ਚ ਕਲੌਟ ਹੋਏ। ਕਈ ਕਹਿੰਦੇ ਵੀ ਅਸੀਂ ਤਾਂ ਏਦਾਂ ਫੀਲ ਹੁੰਦਾ ਵੀ ਸਾਡੇ ਉੱਤੋਂ 18 ਕਿਲੋ ਦਾ ਟਰੱਕ ਲੰਘਿਆ, ਵੀ ਕੋਈ ਐਨਰਜੀ ਨਹੀਂ ਰਹੀ, ਕੋਈ ਸੱਤਿਆ ਹੀ ਨਹੀਂ ਰਹੀ। ਪੂਰੀ ਬੋਡੀ ਜਿਹੜੀ ਹੈਗੀ ਆ ਜਿੱਦਾਂ ਕੰਪਰੈਸ ਹੋ ਕੇ ਕੋਈ ਚੀਜ਼ ਦੇ ਵਿੱਚੋਂ ਨਹੀਂ, ਜਿੱਦਾਂ ਕੱਪੜਾ ਨਿਚੋੜ ਦਿੰਦਾ ਏਦਾਂ ਫੀਲ ਹੁੰਦਾ। ਸੋ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਐਕਸਪੀਰੀਅੰਸ ਹੋ ਰਿਹਾ। ਇਹ ਕਿਹੜੇ ਵੀ ਆਰਗਨ ਦੇ ਉੱਤੇ ਅਸਰ ਕਰਕੇ ਡੈਮੇਜ ਕਰ ਸਕਦਾ, ਪ੍ਰੀਡੋਮੀਨੈਂਟਲੀ ਲੰਗਸ ਦੇ ਉੱਤੇ ਕਰਦਾ, ਬਟ ਆਲ ਓਵਰ ਬੋਡੀ ਵੀ ਫੈਲ ਸਕਦਾ, ਆਲ ਓਵਰ ਬ੍ਰੇਨ ਵੀ ਜਾ ਸਕਦਾ। ਪਾਕਿਸਤਾਨ ਦੇ ਵਿੱਚ ਮੈਡੀਕਲ ਸਟੂਡੈਂਟ ਸੀ ਜਿਹਦੀ ਮਦਰ ਆਬਸਟੇਟ੍ਰੀਸ਼ੀਅਨ ਸੀ, ਫਾਦਰ ਜਿਹੜਾ ਹੈਗਾ ਉਹਦਾ ਪੀਡੀਆਟ੍ਰੀਸ਼ੀਅਨ ਸੀ, ਸ਼ਾਇਦ ਫਾਦਰ ਐਸਿਮਪਟੋਮੈਟਿਕ ਕੇਅਰ ਸੀ, ਉਹ ਘਰ ਲਾਇਆ, ਉਹ ਬੱਚੇ ਨੂੰ ਹੋਇਆ, ਉਹ ਸਾਇੰਸ ਉਹਦੇ ਮੈਨੇਜਾਈਟਿਸ ਦੇ ਸੀ, ਬ੍ਰੇਨ ਇਨਫੈਕਸ਼ਨ ਦੇ, ਉਹ ਉੱਥੇ ਕਰਦੇ ਰਹੇ। ਬਾਅਦ ਚ ਪਤਾ ਲੱਗਿਆ ਸੀ ਵੀ ਇਹ ਸਾਰਾ ਕੁਝ ਕੋਵਿਡ ਕਰਕੇ ਸੀ। ਬਿਲਕੁਲ, ਜਿੱਦਾਂ ਹੁਣ ਕੋਵਿਡ-19 ਨੂੰ ਲੈ ਕੇ ਹਰ ਕੋਈ ਡਰਿਆ ਹੋਇਆ ਆ, ਹਰ ਕਿਸੇ ਦੇ ਆਪਣੇ-ਆਪਣੇ ਵਹਿਮ ਹੈਗੇ ਨੇ, ਆਪਣੇ-ਆਪਣੇ ਰਿਊਮਰਸ ਹੈਗੇ ਨੇ ਵੀ ਜਿਨ੍ਹਾਂ ਨੇ ਡਿਫਰੈਂਟ ਖਬਰਾਂ ਡਿਫਰੈਂਟ ਸੋਰਸਸ ਤੋਂ ਲਈਆਂ ਹੈਗੀਆਂ ਨੇ। ਸੋ ਸਾਡੇ ਦਿਮਾਗ ਦੇ ਵਿੱਚ ਅਜੇ ਵੀ ਇਹ ਹੈਗਾ ਕਿ ਕਰੋਨਾ ਵਾਇਰਸ ਹੈਗਾ ਆ। ਹੁਣ ਅਸੀਂ ਜੇ ਸਟੱਡੀਜ਼ ਦੇਖੀਏ ਤਾਂ ਬਹੁਤ ਸਾਰੇ ਕੈਨੇਡੀਅਨਸ ਚਾਹੇ ਕਹਿ ਰਹੇ ਨੇ ਕਿ ਸਾਡੇ ਕੋਲ ਕਰੋਨਾ ਵਾਇਰਸ ਦੇ ਕੇਸ ਘੱਟ ਨੇ, ਪਰ ਉਹ ਵੀ ਹਜੇ ਵੀ ਮੰਨਦੇ ਨੇ ਕਿ ਹਜੇ ਵੀ ਅਸੀਂ ਰਿਸਕ ਦੇ ਉੱਤੇ ਹੈਗੇ ਆ। ਉਹ ਬਾਹਰ ਜਾਣ ਨੂੰ ਹਜੇ ਚਾਹੁੰਦੇ ਨਹੀਂ ਕਿ ਅਸੀਂ ਬਾਹਰ ਜਾਈਏ ਜਾਂ ਟਰਸਟ ਨਹੀਂ ਕਰਦੇ ਕਿਸੇ ਚੀਜ਼ ਨੂੰ। ਸੋ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਸਾਨੂੰ ਸਾਰਿਆਂ ਨੂੰ ਕੀ ਕਰਨਾ ਚਾਹੀਦਾ ਹੈ ਇਸ ਮਾਹੌਲ ਦੇ ਵਿੱਚ, ਕਿਉਂਕਿ ਹੁਣ ਅਸੀਂ ਥਰਡ ਵੇਵ ਦੇ ਵਿੱਚ ਵੀ ਹੈ, ਜਿੱਥੇ ਅਸੀਂ ਘਰ ਵੀ ਨਹੀਂ ਰਹਿ ਸਕਦੇ ਤੇ ਸਾਨੂੰ ਬਾਹਰ ਨਿਕਲਣਾ ਹੀ ਪੈਣਾ ਆ, ਚਾਹੇ ਕੋਈ ਵੀ ਸਰਕਮਸਟੈਂਸ ਹੋਵੇ, ਪਰ ਨਾਲ ਗਾਈਡਲਾਈਨਸ ਜਿਹੜੀਆਂ ਨੇ ਫੋਲੋ ਤਾਂ ਕਰਨੀਆਂ ਹੀ ਪੈਣੀਆਂ। ਜੀ ਜੀ, ਦੇਖੋ ਇੱਥੇ BC 'ਚ ਵੀ ਜਿਹੜੇ ਕੇਸ ਹੋਏ ਉਹ ਬਾਰਸ ਤੋਂ ਆਏ ਤੇ ਨਾਈਟ ਕਲੱਬ ਤੋਂ ਆਏ, ਤਾਂ ਆਪਾਂ ਉਸ ਪਾਸੇ ਨਾ ਜਾਈਏ। ਦੂਜੀ ਗੱਲ ਹੈਗੀ ਵੀ ਆਪਾਂ ਜਿੱਥੇ ਕਰਾਊਡ ਜ਼ਿਆਦਾ ਉਹ ਚੀਜ਼ਾਂ ਅਵੋਇਡ ਕਰੀਏ। ਸੁਪਰ ਨੈਚੁਰਲ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ, ਮੈਂ ਕਲੋਨਾ ਵਰਨਨ ਹੋ ਕੇ ਆਇਆ, ਹਨਾ, ਅਸੀਂ ਸਾਰਿਆਂ ਨੇ ਮਾਸਕ ਪਾਏ ਸੀ ਚਾਰਾਂ ਨੇ, ਤਾਂ ਬਹੁਤ ਹੈਗਾ। ਇੰਨੀ ਮਤਲਬ ਤੁਸੀਂ ਵਧੀਆ ਦਿਸ਼ਾ ਦੇ ਵਿੱਚ ਘੁੰਮ ਫਿਰ ਸਕਦੇ ਹੋ। ਸੋ ਹੌਲੀਡੇਜ਼ BC 'ਚ ਰੱਖੋ ਇਸ ਸਾਲ, ਬਾਹਰ ਜਾਣ ਦੀ ਲੋੜ ਨਹੀਂ ਹੈਗੀ। ਫੈਮਿਲੀ ਜਾਂ ਵੈਰੀ ਕਲੋਜ਼ ਫੈਮਿਲੀ ਆ ਉਹਦੇ ਨਾਲ ਹੀ ਐਸੋਸੀਏਟ ਕਰੋ। ਮੈਨੂੰ ਪਤਾ ਵਿਆਹ ਦਾ ਸੀਜ਼ਨ ਵੀ ਹੈਗਾ, ਕਈ ਇਨਵੀਟੇਸ਼ਨ ਵੀ ਆਉਂਦੇ ਆ, ਲੇਕਿਨ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਵੀ 50 ਤੋਂ ਥੱਲੇ ਰੱਖੋ ਔਰ ਸਪਰੈਡ ਆਊਟ ਹੋ ਕੇ ਰਹੋ, ਮਾਸਕ ਪਾਓ। ਦੂਜੀ ਗੱਲ ਹੈਗੀ ਆ ਵੀ ਸਾਨੂੰ ਆਊਟਡੋਰ ਐਕਟੀਵਿਟੀਜ਼ ਥੋੜੀ ਵਧਾਉਣੀ ਚਾਹੀਦੀ, ਖਾਸ ਕਰਕੇ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਆ ਵੀ ਉਹਨਾਂ ਨੂੰ ਆਊਟਡੋਰ ਕਨੈਕਟ ਹੋਣਾ, ਕਿਉਂਕਿ ਉਹ ਲੋਕਡਾਊਨ ਨੂੰ ਜ਼ਿਆਦਾ ਸੀਰੀਅਸਲੀ ਇੰਪੈਕਟ ਪੈਂਦਾ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਔਰ ਲਰਨਿੰਗ ਦੇ ਉੱਤੇ। ਸੋ ਉਹਨਾਂ ਨੂੰ ਪਾਰਕ 'ਚ ਲੈ ਕੇ ਜਾਓ, ਬੀਚਿਸ 'ਚ ਲੈ ਕੇ ਜਾਓ, ਹੋਰ ਏਰੀਆਸ 'ਚ ਲੈ ਕੇ ਜਾਓ, ਬੈਕਯਾਰਡ 'ਚ ਚਿੜੀ ਛਿੱਕਾ ਖੇਡ ਲਓ, ਕੋਈ ਚੀਜ਼ਾਂ ਕਰ ਲਓ, ਕਿ ਸੂਰਜ, ਫਰੈਸ਼ ਹਵਾ, ਹਰਿਆਵਲੀ ਤੁਹਾਡੇ ਮਨ ਦੇ ਲਈ, ਤੁਹਾਡੀ ਬੋਡੀ ਦੇ ਲਈ ਬਹੁਤ ਜ਼ਰੂਰੀ ਹੈ, ਔਰ ਸੂਰਜ ਦੀ ਕਿਰਨਾਂ ਤੋਂ ਵਿਟਾਮਿਨ D ਵੀ ਮਿਲੂਗਾ। ਸੋ ਸਾਰੀ ਚੀਜ਼ਾਂ ਨੂੰ ਹੌਲੀ ਕਰਨੀ ਆ, ਲੇਕਿਨ ਸਾਨੂੰ ਸੱਭਿਅ ਰਹਿਣਾ ਪੈਣਾ। ਸਾਨੂੰ ਇਹ ਨਹੀਂ ਸੋਚਣਾ ਪੈਣਾ ਵੀ ਸਾਡੇ ਨੰਬਰ ਬਹੁਤ ਘੱਟ ਆ ਵੀ ਅਸੀਂ ਬੱਲੇ ਕਰ ਰਹੀ ਹੈ, ਨਹੀਂ, ਅਜੇ ਟਾਈਮ ਹੈਗਾ, ਔਰ ਜਦੋਂ ਅਗਲੀ ਗਾਈਡਲਾਈਨਸ ਮਿਲਣਗੀਆਂ ਹੋਰ ਖੁੱਲਣ ਦੀਆਂ ਅਸੀਂ ਕਰਾਂਗੇ। ਦੇਖੋ ਯੂਰਪ 'ਚ ਉਹ ਸਿਰਫ 3 ਫੁੱਟ ਦਾ ਫਾਸਲਾ ਕਰ ਰਹੇ, 6 ਫੁੱਟ ਦਾ ਨਹੀਂ ਕਰ ਰਹੇ, ਉਹ ਵੀ ਉਹਨਾਂ ਦੇ ਨੰਬਰ ਸੋ ਫਾਰ ਗੁੱਡ ਚੱਲ ਰਹੇ ਆ। ਸੋ ਅਸੀਂ 6 ਫੁੱਟ ਦਾ ਕਰ ਰਹੇ ਹਾਂ, ਅਸੀਂ ਗਿੱਜੇ ਹੋਏ ਹਾਂ ਇਸ ਕੰਮ 'ਚ, ਔਰ ਅਸੀਂ ਇਸ ਕੰਮ ਨੂੰ ਥੱਲੇ ਨਹੀਂ ਲੈ ਕੇ ਆਉਣਾ। 6 ਫੁੱਟ ਦਾ ਜਾਂ 6 ਫੁੱਟ ਤੋਂ ਨਾ ਵੀ ਰੱਖੀਏ, ਲੇਕਿਨ ਆਪਾਂ ਬਾਹਰ ਅੰਦਰ ਜਾਈਏ, ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੀਏ, ਕੰਮ ਕਰਨੇ ਉਹ ਵੀ ਕਰੋ, ਲੇਕਿਨ ਮਾਸਕ ਜ਼ਰੂਰ ਪਾਓ,
ਮਾਸਕ ਸੇਵਸ ਲਾਈਵਸ। ਔਰ ਜਿਹੜੀ ਕੰਟਰੀ 'ਚ ਮਾਸਕ ਪਾਏ ਗਏ ਆ ਡੇ 1 ਤੋਂ, ਉੱਥੇ 100 ਗੁਣਾ ਘੱਟ ਕੋਵਿਡ ਹੋਇਆ, ਡੈਥ ਦੀ ਰੇਟ ਘੱਟ ਹੋਈ ਹੈ। ਸੋ ਇਸ ਲਈ ਇਹ ਬਹੁਤ ਇੰਪੋਰਟੈਂਟ ਹੈਗਾ ਵੀ ਅਸੀਂ ਵੀ ਇੱਕ ਛੋਟੀ ਜਿਹੀ ਚੀਜ਼ ਜਿਹੜੀ ਸਾਡੀ ਵੀ ਜਾਨ ਬਚ, ਅਗਰ ਮਾਸਕ ਨਹੀਂ ਪਾਇਆ ਤੇ ਵੈਂਟੀਲੇਟਰ ਤੇ ਵੀ ਜਾਣ ਦੇ ਚਾਂਸਸ ਵੱਧ ਜਾਂਦੇ। ਤੇ ਮਾਸਕ ਬਚ ਜਾਓਗੇ ਵੀ ਕੋਵਿਡ ਨਹੀਂ ਹੋਏਗਾ। ਜੀ ਬਿਲਕੁਲ। ਡਾਕਟਰ ਪੁਰਜੀ, ਤੁਸੀਂ ਹਮੇਸ਼ਾ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਦੇ ਹੈਗੇ ਆ ਤੇ ਸਾਨੂੰ ਟਿਪਸ ਵੀ ਦਿੰਦੇ ਹੈਗੇ ਆ ਸਾਨੂੰ ਕੀ ਕੁਝ ਕਰਨਾ ਚਾਹੀਦਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਫਿਰ ਅੱਗੇ ਚੱਲ ਕੇ ਅਪਡੇਟ ਕਰਾਂਗੇ। ਡਰਨ ਦੀ ਕੋਈ ਲੋੜ ਨਹੀਂ ਆ, ਬਹੁਤ ਕੁਝ ਹੁੰਦਾ, ਬਹੁਤ ਕੁਝ ਚੱਲਦਾ। ਧੰਨਵਾਦ। ਥੈਂਕ ਯੂ ਜੀ। ਬਿਲਕੁਲ, ਅੱਜ ਗੱਲਬਾਤ ਹੋਈ ਡਾਕਟਰ ਪ੍ਰਗਟ ਸਿੰਘ ਪੁਰਜੀ ਦੇ ਨਾਲ, ਜਿਹੜੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਸਾਨੂੰ ਦੱਸਿਆ ਹੈਗਾ ਹੈ ਕਿ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ। ਗਾਈਡਲਾਈਨਸ ਸਾਨੂੰ ਪ੍ਰੋਪਰਲੀ ਫੋਲੋ ਕਰਨੀਆਂ ਚਾਹੀਦੀਆਂ ਨੇ। ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਉਹਨਾਂ ਦੇ ਨਾਲ ਮੁਲਾਕਾਤ ਹੋਵੇ ਤੇ ਉਹਨਾਂ ਤੋਂ ਹੋਰ ਚੀਜ਼ਾਂ ਦੇ ਬਾਰੇ ਜਾਣਕਾਰੀ ਲਈ ਜਾ ਸਕੇ, ਹੋਰ ਬਿਮਾਰੀਆਂ ਦੇ ਬਾਰੇ ਜਾਣਕਾਰੀ ਲਈ ਜਾ ਸਕੇ। ਹੋਰ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ FYI ਮੀਡੀਆ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।